my dear masters and my dear creators, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਕੱਲ ਅਸੀਂ ਜਿਹੜਾ ਚੈਪਟਰ ਸਟਾਰਟ ਕੀਤਾ ਸੀਗਾ ਉਹ ਸੀਗਾ ਕਿ ਸਾਡਾ ਜਿਹੜਾ ਵਾਰਤਾਲਾਪ ਕਰਨ ਦੀ ਜਿਹੜੀ ਸਾਡੀ ਕਮਿਊਨੀਕੇਸ਼ਨ ਹੈ, ਵਾਰਤਾਲਾਪ ਅਸੀਂ ਪਿੱਛੇ ਤੋਂ ਸਿੱਖ ਰਹੇ ਸੀ, ਲੇਕਿਨ ਇਹਨੂੰ ਹੋਰ ਐਕਸਪੈਂਡ ਕਿਸ ਤਰ੍ਹਾਂ ਕਰੀਏ, ਇਹਨਾਂ ਨੂੰ ਹੋਰ ਅਸੀਂ ਕਿੱਦਾਂ ਵਧਾਈਏ। ਔਰ ਉਹਦੇ ਚ ਜਿਹੜੀ ਅਸੀਂ ਚੀਜ਼ ਸਮਝੀ ਸੀਗੀ ਉਹ ਇਹ ਸੀਗੀ ਕਿ ਹਰ ਚੀਜ਼ ਦੇ ਅੰਦਰ ਇਹ ਕੈਪੇਬਿਲਿਟੀ ਹੈ, ਇਹ ਕੈਪੈਸਿਟੀ ਹੈ ਵਾਰਤਾਲਾਪ ਕਰਨ ਦੀ, ਬੋਲਣ ਦੀ ਕੈਪੈਸਿਟੀ, ਚਾਹੇ ਨॉन ਲਿਵਿੰਗ ਔਰ ਨॉन ਲਿਵਿੰਗ ਥਿੰਗਸ। ਅਸੀਂ ਆਪਣੇ ਆਸੇ ਪਾਸੇ ਦੇ ਜਿਹੜੇ ਸਾਡੇ ਨੀਅਰ ਐਂਡ ਡੀਅਰ ਵਨ ਸੀ ਉਹਦੇ ਨਾਲ ਤਾਂ ਅਸੀਂ ਆਪਣੇ ਆਪ ਨੂੰ ਉਹਦੀ ਦਿਵਯਤਾ ਨੂੰ ਦੇਖਣਾ ਸ਼ੁਰੂ ਕੀਤਾ, ਉਹਦੀ ਦਿਵਯਤਾ ਲਈ ਅਸੀਂ ਫਾਰਮੂਲਾ ਵੀ ਬਣਾਇਆ ਔਰ ਕੁਛ ਅਸੀਂ ਚੇਂजेस ਦੇਖੇ ਵੀ ਹੋਣਗੇ ਆਪਣੀ ਲਾਈਫ ਦੇ ਵਿੱਚ। ਲੇਕਿਨ ਕੱਲ ਅਸੀਂ ਪੜ੍ਹ ਰਹੇ ਸੀ ਕਿ ਜੋ ਕੁਝ ਅਸੀਂ ਆਪਣੀ ਲਿਵਿੰਗ ਚੀਜ਼ਾਂ ਦੇ ਨਾਲ, ਯਾਨੀ ਮੈਨਕਾਈਂਡ ਨਾਲ, ਜੋ ਵੀ ਹਿਊਮੈਨਿਟੀ ਹੈ, ਜਿਹੜੇ ਲੋਕ ਨੇ ਆਸੇ ਪਾਸੇ ਦੇ, ਜੋ ਚੀਜ਼ ਅਸੀਂ ਉਹਨਾਂ ਨੇ ਫੀਲ ਕਰ ਰਹੇ ਹਾਂ ਹੁਣ, ਜਿਸ ਤਰ੍ਹਾਂ ਅਸੀਂ ਲਵ ਐਨਰਜੀ ਭੇਜਦੇ ਸੀ ਸਭ ਨੂੰ, ਅਸੀਂ ਹੁਣ ਵਾਰਤਾਲਾਪ ਕਰਨਾ ਸਿੱਖਣਾ ਹੈ ਹਰ ਚੀਜ਼ ਦੇ ਨਾਲ। ਹਰ ਚੀਜ਼ ਜੋ ਵੀ ਇਸ ਧਰਤੀ ਦੇ ਉੱਤੇ ਸਾਡੇ ਕੋਲ ਆਸੇ ਪਾਸੇ ਹੈ, ਔਰ ਕਿਉਂਕਿ ਹਰ ਚੀਜ਼ ਜਿੰਦਾ ਹੈ, ਚਾਹੇ ਉਹ ਆਪਣੇ ਪ੍ਰਤੀ ਜਿਤਨੀ ਮਰਜ਼ੀ ਘੱਟ ਜਾਗਰੂਕਤਾ ਉਹਦੀ ਘੱਟ ਹੈ ਜਾਂ ਵੱਧ ਹੈ, ਇਹ ਮਾਇਨੇ ਨਹੀਂ ਰੱਖਦਾ, ਲੇਕਿਨ ਹਰ ਚੀਜ਼ ਈਸ਼ਵਰੀ ਪ੍ਰੇਮ ਦੇ ਨਾਲ ਹੀ ਬਣੀ ਹੈ ਔਰ ਉਹਦੇ ਅੰਦਰ ਜਾਗਰੂਕਤਾ ਵੀ ਹੈ। ਔਰ ਜੋ ਮੈਨੂੰ ਸ਼ਿਫਟਿੰਗ ਮਿਲੀ ਇਨ ਸ਼ਾਰਟ ਉਹ ਹੈ ਕਿ ਸਾਰੀ ਪਾਵਰ, ਸਾਰੀ ਤਾਕਤ ਸਾਡੇ ਦੇਖਣ ਦੇ ਵਿੱਚ ਹੈ। ਜਿਸ ਚੀਜ਼ ਦੇ ਅਸੀਂ ਧਿਆਨ ਦਿੰਦੇ ਹਾਂ, ਜਿਸ ਚੀਜ਼ ਦੇ ਉੱਤੇ ਅਸੀਂ ਫੋਕਸ ਰੱਖਦੇ ਹਾਂ, ਉਹ ਚੀਜ਼ ਕਈ ਗੁਣਾ ਵੱਧ ਕੇ ਆ ਜਾਂਦੀ ਹੈ। ਔਰ ਐਸੇ ਸਾਡੀ ਜਿਹੜੀ ਚੀਜ਼ ਹੈ, ਇਸੇ ਨੂੰ ਉਹ ਐਕਸਪਲੇਨ ਕਰਦੇ ਨੇ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਵਾਰਤਾਲਾਪ ਕਰਨ ਦੀ, ਗੱਲਬਾਤ ਕਰਨ ਦੀ ਜਿਹੜੀ ਸਾਡੀ ਆਦਤ ਹੈ, ਇਹ ਯੋਗਤਾ ਹੈ ਸਾਡੇ ਅੰਦਰ ਔਰ ਇਹ ਡਿਵੈਲਪ ਹੋ ਚੁੱਕੀ ਹੈ, ਕਿਉਂਕਿ ਅਸੀਂ ਕਰਦੇ ਹੀ ਪਏ ਹਾਂ ਵਾਰਤਾਲਾਪ, ਅਸੀਂ ਕਰੀ ਚਲੀ ਜਾ ਰਹੇ ਹਾਂ। ਲੇਕਿਨ ਇੰਨਾ ਹੈ ਕਿ ਅਸੀਂ ਕਦੀ ਇਹਦੇ ਤੇ ਟਰਸਟ ਨਹੀਂ ਕੀਤਾ, ਕਦੀ ਇਸ ਚੀਜ਼ ਇੰਨਾ ਗੌਰ ਨਹੀਂ ਕੀਤਾ। ਲੇਕਿਨ ਹੁਣ ਇਸ ਚੀਜ਼ ਨੂੰ, ਜਿਹੜੀ ਸਾਡੇ ਬੋਲਣ ਦੀ ਤਾਕਤ ਹੈ, ਜਿਹੜੀ ਸਾਡੀ ਗੱਲਬਾਤ ਕਰਨ ਦੀ ਤਾਕਤ ਹੈ, ਇਸ ਨੂੰ ਅਸੀਂ ਅਵੇਅਰਨੈਸ ਦੇ ਨਾਲ, ਪੂਰੇ ਹੋਸ਼ ਦੇ ਨਾਲ ਕਰਵਾਉਂਦੇ ਹਾਂ। ਕਿਸ ਤਰ੍ਹਾਂ ਕਿ ਦੇਖੋ, ਅਸੀਂ ਲਵ ਐਨਰਜੀ ਨੂੰ, ਪਿਆਰ ਨੂੰ ਭੇਜਣਾ ਪਹਿਲੇ ਆਪਣੇ ਪਿਆਰ ਨੂੰ ਆਪਣੇ ਹਿਰਦੇ ਚ ਫੀਲ ਕੀਤਾ, ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਇਹੀ ਕਰ ਰਹੇ ਹਾਂ। ਫਿਰ ਉਸ ਪਿਆਰ ਨੂੰ ਅਸੀਂ ਬਾਹਰ ਯੂਨੀਵਰਸ ਦੇ ਵਿੱਚ ਹਰ ਚੀਜ਼ ਨੂੰ, ਜਿੱਥੇ ਵੀ ਸਾਡਾ ਧਿਆਨ ਜਾ ਰਿਹਾ ਸੀ, ਅਸੀਂ ਉਸ ਚੀਜ਼ ਨੂੰ ਲਵ ਐਨਰਜੀ ਭੇਜਣੀ ਸ਼ੁਰੂ ਕੀਤੀ ਹੈ। ਲੇਕਿਨ ਅਸੀਂ ਲਵ ਐਨਰਜੀ ਭੇਜੀ, ਹੁਣ ਅਸੀਂ ਗੱਲਬਾਤ ਕਰਨੀ ਸਿੱਖਣੀ ਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਗੱਲਬਾਤ ਕਹਿਣਾ। ਅਸੀਂ ਤਾਂ ਆਪਣੀ ਲਵ ਐਨਰਜੀ ਭੇਜਤੀ, ਹੁਣ ਉਹਨਾਂ ਤੋਂ ਰਿਸੀਵ ਕਿਸ ਤਰ੍ਹਾਂ ਕਰਨੀ ਹੈ, ਗੱਲਬਾਤ ਕਿਸ ਤਰ੍ਹਾਂ ਕਰਨੀ ਹੈ, ਉਹਨਾਂ ਦੇ ਨਾਲ ਅਸੀਂ ਇੱਕਮਿਕ ਕਿਸ ਤਰ੍ਹਾਂ ਹੋਣਾ, ਉਹ ਅਸੀਂ ਸਿੱਖ ਰਹੇ ਹਾਂ। ਤੇ ਕਹਿੰਦੇ ਨੇ ਇਹਦੇ ਲਈ ਸਾਨੂੰ ਹੁਣ ਕਰਨਾ ਕੀ ਹੋਏਗਾ, ਅਸੀਂ ਜਿਤਨੀ ਜਲਦੀ ਹੋ ਸਕੇ ਅਸੀਂ ਕੋਈ ਵੀ ਜਿਹੜੀ ਨੈਚੁਰਲ ਸੈਟਿੰਗ ਹੈ, ਜਿੱਥੇ ਪਹਾੜ, ਨਦੀ, ਪੇੜ ਪੌਦੇ, ਗਾਰਡਨ, ਕੋਈ ਵੀ ਐਸੀ ਚੀਜ਼, ਮਤਲਬ ਆਪਣੇ ਘਰ ਤੋਂ ਬਾਹਰ ਚਲੇ ਜਾਈਏ ਔਰ ਕਿਸੇ ਇਹੋ ਜਿਹੇ ਗਾਰਡਨ ਔਰ ਇਹੋ ਜਿਹੀ ਜਗ੍ਹਾ ਦੇ ਉੱਤੇ ਚਲੇ ਜਾਈਏ ਜਿੱਥੇ ਨੇਚਰ ਹੈ, ਕੁਦਰਤ ਹੈ। ਕੋਈ ਪਿੰਡ ਹੋ ਸਕਦਾ ਹੈ, ਕੋਈ ਵੀ ਐਸੀ ਜਗ੍ਹਾ, ਕੋਈ ਗਾਰਡਨ, ਕੁਝ ਵੀ ਐਸੀ ਜਗ੍ਹਾ ਹੋ ਸਕਦੀ ਹੈ, ਜਾਂ ਸਾਡਾ ਆਪਣਾ ਹੀ ਗਾਰਡਨ ਹੋ ਸਕਦਾ ਹੈ, ਅਗਰ ਸਾਡੇ ਕੋਲ ਅਸੀਂ ਹੈਗੇ ਆ ਖੁਦ ਦਾ ਗਾਰਡਨ। ਅਗਰ ਗਾਰਡਨ ਵੀ ਨਹੀਂ ਹੈ तो जरूर साढ़े को बालकनी जोन की, और बालकनी भी नहीं है तो एक अदा पौधा अगर होएगा कोई भी साढ़े आसे पासे, तो उस पौधे दे कोल असीं चले जाइए। हुण कोई भी पौधे का मतलब है नहीं कि पौधा बहुत खूबसूरत होना चाहिए, ਉਹਦੇ फ्लावर्स होने चाहिए ने, इस तरह का कुछ नहीं। कोई भी पौधा, ਜਿਹੜਾ भी पौधा है, बस पौधा होना चाहिए। ਇਹਦਾ ਇਹ ਨਹੀਂ ਹੈ ਕਿ ਉਹ हेल्दी या कुछ भी नहीं, बस एक पौधा, प्लांट, लिविंग प्लांट चाहिए सानू, वो होना चाहिए। फिर असी की करना, उस पौधे दे कोल जाके असी चुप करके बैठ जाना है। फिर उस पौधे दे कोल बैठ के अपनी जिहड़ा ध्यान है उसनू अपने हार्ट दे उत्ते लेके जाना, जिस तरह असी यूज्ड टू कर रहे हैं। हुण प्यार दी उस एनर्जी नू उस पौधे दे कोल बैठ के अपने अंदर फील करना है, उस लव एनर्जी नू अपने अंदर फील करना है। और देखना की है कि जिस तरह असी गलवकड़ी च ले लेने अपने किसी नीयर एंड डियर वंस, बच्चा या किसनों भी असी गलवकड़ी च रहने, इसे तरीके नाल असी महसूस करी कि साडे हिरदे चों जिहड़ा प्रेम निकलदा पिया है, इस प्रेम ने उस पौधे नूं अपनी गलवकड़ी दे विच ले लिया, जिस पौधे दे कोल असी बैठे हैं। हुण असी की करना, अपने आप नूं उस अकाल पुरख दे नाल, उस ईश्वर दे नाल
ਜਿਸ ਤਰ੍ਹਾਂ ਕਿ ਅਸੀਂ ਜੋੜਨ ਦੀ ਕਲਾ ਅਸੀਂ ਸਿੱਖਦੇ ਆਏ ਹਾਂ, ਉਸ ਦੇ ਨਾਲ ਆਪਣੇ ਆਪ ਨੂੰ ਯੂਨੀਫਾਈ ਕਰਨਾ, ਉਸ ਨਾਲ ਉਸ ਅਕਾਲ ਪੁਰਖ ਦੇ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਨਾ ਹੈ। ਠੀਕ ਉਸੇ ਤਰੀਕੇ ਨਾਲ ਪਰਮਾਤਮਾ ਦੀ ਕੁਝ ਕੁਆਲਿਟੀਜ਼ ਨੂੰ ਅਸੀਂ ਇੱਥੇ ਬੋਲਣਾ ਹੈ। ਪਰਮਾਤਮਾ ਲਾਈਟ ਹੈ, ਪਰਮਾਤਮਾ ਪ੍ਰੇਮ ਹੈ, ਉਹ ਹੈਪੀਨੈਸ ਹੈ। ਜਿਹੜੀਆਂ ਵੀ ਕੁਆਲਿਟੀਜ਼ ਸਾਨੂੰ ਯਾਦ ਆ ਰਹੀਆਂ ਨੇ, ਉਸ ਪੌਦੇ ਦੇ ਕੋਲ ਬੈਠ ਕੇ ਉਹਨਾਂ ਕੁਆਲਿਟੀਜ਼ ਨੂੰ ਆਪਣੇ ਅੰਦਰ ਮਹਿਸੂਸ ਕਰਨਾ ਹੈ। ਔਰ ਫਿਰ ਕੀ ਕਹਿਣਾ ਹੈ ਕਿ ਇਹ ਸਾਰੀਆਂ ਕੁਆਲਿਟੀਜ਼ ਕਿਹੜੀਆਂ ਨੇ, ਪਲਾਂਟ ਦੇ ਅੰਦਰ ਵੀ, ਉਸ ਪੌਦੇ ਦੇ ਅੰਦਰ ਵੀ ਬਾਈ ਡਿਫਾਲਟ ਇਹ ਸਾਰੀਆਂ ਕੁਆਲਿਟੀਜ਼ ਵੀ ਨੇ। ਕਿਉਂਕਿ ਇਸ ਤਰ੍ਹਾਂ ਹੀ ਸੇ ਕਰਦੇ ਸੀ, ਜਿਹੜੇ ਗੁਣ ਮੇਰੇ ਪਰਮਾਤਮਾ ਦੇ ਨੇ ਉਹ ਮੇਰੇ ਨੇ। ਹੁਣ ਜੋ ਮੇਰੇ ਗੁਣ ਨੇ, ਮੇਰੇ ਪਰਮਾਤਮਾ ਦੇ ਗੁਣ ਨੇ, ਉਹ ਮੇਰੇ ਗੁਣ ਨੇ। ਹੁਣ ਇਹੀ ਸਾਰੇ ਗੁਣ ਮੈਂ ਟ੍ਰਾਂਸਫਰ ਕਿਹਦੇ ਚ ਦੇਖਣਾ, ਕਿਹਦੇ ਚ ਸ਼ੁਰੂ ਕਰਦਾ ਕਿ ਸ਼ਕਤੀ ਕਿਹਦੇ ਚ, ਮੇਰੇ ਦੇਖਣ ਦੇ ਵਿੱਚ, ਮੇਰੇ ਦੇਖਣ ਦੀ ਵਿੱਚ ਸਾਰੀ ਸ਼ਕਤੀ ਹੈ। ਤਾਂ ਹੁਣ ਮੈਂ ਕੀ ਕਰ ਦਿੱਤਾ ਕਿ ਉਹ ਸਾਰੀਆਂ ਕੁਆਲਿਟੀਜ਼ ਨੂੰ ਅਸੀਂ ਪੌਦੇ ਦੇ ਵਿੱਚ ਦੇਖਣਾ, ਮਹਿਸੂਸ ਕਰਨਾ, ਦੇਖਣਾ ਇਨ ਦੀ ਸੈਂਸ ਮਹਿਸੂਸ ਕਰਨਾ ਸ਼ੁਰੂ ਕਰ ਦੇਣਾ ਕਿ ਉਸ ਪੌਦੇ ਦੇ ਅੰਦਰ ਮਹਿਸੂਸ ਕਰਨਾ ਕਿ ਇਸ ਪੌਦੇ ਦੇ ਅੰਦਰ ਵੀ ਇਹ ਸਾਰੇ ਗੁਣ ਨੇ। ਹੁਣ ਰਿਸਾਈਟ ਕਰਨ ਦਾ ਮਤਲਬ ਹੈ ਨਹੀਂ ਅਸੀਂ ਉੱਚੀ ਉੱਚੀ ਬੋਲਣਾ, ਸਿਰਫ ਫੀਲ ਕਰਨਾ ਹੈ ਪਰਮਾਤਮਾ ਦੀ ਕੁਆਲਿਟੀਜ਼ ਨੂੰ ਆਪਣੇ ਹਿਰਦੇ ਚ ਫੀਲ ਕਰਨਾ, ਫਿਰ ਫੀਲ ਕਰਨਾ ਕਿ ਇਸ ਪੌਦੇ ਦੇ ਅੰਦਰ ਵੀ ਇਹ ਵਾਲੀ ਕੁਆਲਿਟੀਜ਼ ਨੇ। ਹੁਣ ਇਹ ਜਿਹੜੀ ਯੂਨਿਟੀ ਵਾਲੀ ਸਟੇਟ ਹੈ, ਇਹ ਹੁਣ ਜਿਹੜਾ ਜੁੜਾਵ ਵਾਲਾ ਸਾਡਾ ਇੱਕ ਅਵਸਥਾ ਬਣ ਚੁੱਕੀ ਹੈ, ਜਿਹਦੇ ਚ ਅਸੀਂ ਔਰ ਸਾਡਾ ਪੌਦਾ ਇੱਕਮਿਕ ਹੋ ਚੁੱਕੇ ਆ। ਅਸੀਂ ਪੌਦੇ ਦੇ ਨਾਲ ਇੱਕਮਿਕ ਹੋ ਗਏ, ਇੱਕ ਤਾਰ ਦੇ ਵਿੱਚ ਹੋ ਗਿਆ, ਉਸ ਪਿਆਰ ਦੀ ਡੋਰੀ ਨਾਲ, ਉਸ ਕੁਆਲਿਟੀ ਦੀ ਡੋਰੀ ਨਾਲ ਮੈਂ ਔਰ ਪੌਦਾ ਇੱਕਮਿਕ ਹੋ ਗਏ ਆ। ਹੁਣ ਜਦੋਂ ਅਸੀਂ ਹੁਣ ਪੌਦੇ ਦੇ ਨਾਲ ਇੱਕਮਿਕ ਹੋ ਗਏ ਆ, ਤੇ ਹੁਣ ਅਸੀਂ ਕੌਨਸ਼ੀਅਸ ਵਾਰਤਾਲਾਪ, ਜਿਸ ਤਰ੍ਹਾਂ ਮੈਂ ਔਰ ਤੁਸੀਂ ਵਾਰਤਾਲਾਪ ਕਰ ਰਹੇ ਆ, ਹੈ ਨਾ, ਮੈਂ ਵਾਰਤਾਲਾਪ ਕਰ ਰਹੀ ਹਾਂ ਕਿਸੇ ਪਰਸਨ ਟੂ ਪਰਸਨ, ਫੇਸ ਟੂ ਫੇਸ ਜਿਹੜੀ ਅਸੀਂ ਟਾਕ ਕਰ ਰਹੇ ਹੁੰਦੇ ਆ, ਸੇਮ ਐਸੇ ਤਰੀਕੇ ਨਾਲ ਹੀ ਹੁਣ ਅਸੀਂ ਰੈਡੀ ਹੋ ਚੁੱਕੇ ਆ ਉਸ ਪੌਦੇ ਦੇ ਨਾਲ ਫੇਸ ਟੂ ਫੇਸ ਟਾਕ ਕਰਨ ਲਈ, ਗੱਲਬਾਤ ਕਰਨ ਵਾਸਤੇ। ਫਿਰ ਅਸੀਂ ਹੁਣ ਕੀ ਕਹਾਂਗੇ ਕਿ ਦੇਖੋ ਤੂੰ ਔਰ ਮੈਂ, ਅਸੀਂ ਦੋਨੋਂ ਹੀ ਈਸ਼ਵਰ ਦੇ ਪਿਆਰ ਦੇ ਵਿੱਚੋਂ ਬਣਿਆ, ਅਸੀਂ ਦੋਨੋਂ ਹੀ ਦਿਵਯ ਹਾਂ, ਡਿਵਾਈਨ ਆ, ਇੱਕ ਦਿਵਯਤਾ ਹੈ ਸਾਡੇ ਦੋਨਾਂ ਦੇ ਅੰਦਰ, ਇੱਕ ਡਿਵਾਈਨ ਪ੍ਰੈਜ਼ੈਂਸ ਹੈ ਸਾਡੇ ਅੰਦਰ, ਅਸੀਂ ਦਿਵਯ ਹਾਂ, ਮਤਲਬ ਅਨੋਖੇ ਹਾਂ ਪਰਮਾਤਮਾ ਦੇ ਇਸ ਫੁਲਵਾਰੀ ਦੇ ਵਿੱਚ, ਅਸੀਂ ਦੋਨੋਂ ਵੀ ਬਹੁਤ ਅਨੋਖੇ ਆ। ਹੁਣ ਮੈਂ ਜਿਹੜਾ ਪ੍ਰੇਮ ਹੈ ਮੇਰਾ, ਮੈਂ ਇਸ ਪ੍ਰੇਮ ਨੂੰ ਤੇਰੀ ਤਰਫ ਭੇਜ ਰਹੀ ਹਾਂ, ਔਰ ਮੈਂ ਹੁਣ ਤੇਰੇ ਪ੍ਰੇਮ ਨੂੰ ਵੀ ਮਹਿਸੂਸ ਕਰਨਾ ਕਿ ਤੂੰ ਵੀ ਆਪਣਾ ਪ੍ਰੇਮ ਮੈਨੂੰ ਦੇ ਰਿਹਾ, ਮੈਂ ਆਪਣਾ ਪ੍ਰੇਮ ਤੈਨੂੰ ਦੇ ਰਹੀ ਹਾਂ, ਔਰ ਮੈਂ ਚਾਹ ਰਹੀ ਹਾਂ ਕਿ ਤੂੰ ਆਪਣਾ ਪ੍ਰੇਮ ਮੈਨੂੰ ਭੇਜ। ਹੁਣ ਕੁਝ क्षण ਇਸ ਤਰੀਕੇ ਦੇ ਨਾਲ ਅਸੀਂ ਬੈਠੇ ਰਹਾਂਗੇ ਔਰ ਇਸ ਫੀਲਿੰਗ ਨੂੰ ਇੰਜੋਏ ਕਰਾਂਗੇ ਕਿ ਅਸੀਂ ਆਪਣਾ ਪ੍ਰੇਮ ਪੌਦੇ ਨੂੰ ਭੇਜ ਰਹੇ ਹਾਂ, ਔਰ ਪੌਦਾ ਵਾਪਸੀ ਦੇ ਵਿੱਚ, ਮਤਲਬ ਇਨ ਬੈਕ ਉਹ ਕੀ ਕਰ ਰਿਹਾ, ਉਹੀ ਪ੍ਰੇਮ ਸਾਨੂੰ ਰਿਵਰਸ ਉਹ ਸਾਨੂੰ ਭੇਜ ਰਿਹਾ, ਯਾਨੀ ਪਿਆਰ ਦੀ ਫੀਲਿੰਗ ਦਾ ਆਦਾਨ ਪ੍ਰਦਾਨ ਹੋ ਰਿਹਾ, ਲਵ એનર્ਜੀ ਦਾ ਆਦਾਨ ਪ੍ਰਦਾਨ ਹੋ ਰਿਹਾ, ਕਿਹਦੇ ਵਿੱਚ, ਸਾਡੇ ਔਰ ਪੌਦੇ ਦੇ ਵਿੱਚ। ਹੁਣ ਜਦੋਂ ਕੁਝ ਮਿੰਟ ਹੋਰ ਬੀਤ ਜਾਣਗੇ, ਕੁਝ ਮਿੰਟ ਤੋਂ ਬਾਅਦ ਅਸੀਂ ਫਿਰ ਪੌਦੇ ਨਾਲ ਗੱਲ ਕਰਾਂਗੇ, ਫਿਰ ਕਹਾਂਗੇ ਕਿ ਹੁਣ ਮੇਰੇ ਪਿਆਰੇ ਪੌਦੇ, ਹੁਣ ਤੂੰ ਮੈਨੂੰ ਇਹ ਦੱਸ ਕਿ ਮੈਂ ਐਸਾ ਕੀ ਕਰਾਂ ਜਿਹਦੇ ਨਾਲ ਤੈਨੂੰ ਕੰਫਰਟੇਬਲ ਲੱਗੇ, ਜਿਹਦੇ ਨਾਲ ਤੈਨੂੰ ਤੈਨੂੰ ਖੁਸ਼ੀ ਹੋਏ, ਐਸਾ ਕਿਹੜਾ ਤੇਰੇ ਵਾਸਤੇ ਮੈਂ ਐਸਾ ਕਿਹੜਾ ਕੰਮ ਕਰਾਂ। ਹੁਣ ਜਿਸ ਤਰ੍ਹਾਂ ਅਸੀਂ ਬਾਕੀ ਦੇ ਜਦੋਂ ਸਾਡਾ ਕੁਆਇਟ ਪੀਰੀਅਡ ਹੁੰਦਾ, ਮੌਨ ਦਾ ਟਾਈਮ ਹੁੰਦਾ ਹੈ, ਤੇ ਇਹ ਸਾਡਾ ਮੌਨ ਦਾ ਟਾਈਮ ਹੀ ਹੈ। ਤੇ ਹੁਣ ਅਸੀਂ ਫਿਰ ਦੇਰ ਬੈਠਦੇ ਪੌਦੇ ਨੂੰ ਇਹ ਸਵਾਲ ਕਰਨ ਤੋਂ ਬਾਅਦ ਫਿਰ ਹਾਰਟ ਸੈਲਫ ਨੂੰ ਕਨੈਕਟ ਕਰਾਂਗੇ, ਔਰ ਸੇਫ ਗਾਰਡ ਜਿਹੜੇ ਅਸੀਂ ਯੂਜ਼ ਕਰ ਰਹੇ ਹਾਂ, ਸੇਫ ਗਾਰਡ ਨੂੰ ਕਰਾਂਗੇ, ਔਰ ਉਹਨੂੰ ਕਲੋਜ਼ ਕਰਾਂਗੇ, ਔਰ ਫਿਰ ਸਿਗਨਲ ਦੀ ਸਿਗਨਲ ਹਾਇਰ ਸੈਲਫ ਤੋਂ ਜਿਹੜਾ ਸਿਗਨਲ ਹੈ ਉਸ ਦੀ ਡਿਮਾਂਡ ਕਰਾਂਗੇ ਕਿ ਹਾਇਰ ਸੈਲਫ ਤੋਂ ਸਿਗਨਲ ਆ ਜਾਏ। ਹੁਣ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਆਪਣੀ ਪੌਦੇ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਹੈ, ਤੇ ਸਾਨੂੰ ਆਨਸਰ ਆਣਾ ਸ਼ੁਰੂ ਹੋ ਜਾਏਗਾ, ਉੱਤਰ ਆਣਾ ਸ਼ੁਰੂ ਹੋ ਜਾਏਗਾ। ਲੇਕਿਨ ਉਹ ਉੱਤਰ ਕਿਸ ਤਰ੍ਹਾਂ ਆਏਗਾ, ਥਾਟ ਪ੍ਰੋਸੈਸ ਦੇ ਵਿੱਚ ਸਾਡੇ ਅੰਦਰ ਵਿਚਾਰ ਆਏਗਾ, ਵਿਚਾਰ ਪੌਦੇ ਨੂੰ ਰਿਲੇਟਡ ਹਾਇਰ ਸੈਲਫ ਤੋਂ ਸਾਨੂੰ ਵਿਚਾਰ ਆਣੇ ਸ਼ੁਰੂ ਹੋ ਜਾਣਗੇ, ਪੌਦੇ ਦੇ ਨਾਲ ਰਿਲੇਟਡ ਸਾਨੂੰ ਵਿਚਾਰ ਆਣੇ ਸ਼ੁਰੂ ਹੋ ਜਾਣਗੇ। ਔਰ ਹੋ ਸਕਦਾ ਹੈ ਇਹ ਸਾਨੂੰ ਕੋਈ ਜਨਰਲ ਗੱਲਬਾਤ ਕਰਨੀ ਸ਼ੁਰੂ ਕਰ ਦੇ, ਜਾਂ ਇਹ ਦੱਸੇ ਕਿ ਮੈਨੂੰ ਕਿੰਨੀ ਮੁਸ਼ਕਿਲ ਹੋਈ ਆਪਣੇ ਆਪ ਨੂੰ ਇਸ ਇੰਨਾ ਵੱਡਾ ਕਰਨ ਦੇ ਵਿੱਚ, ਮੈਨੂੰ ਕਿੰਨੀ ਮਿਹਨਤ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਬੀਜ ਤੋਂ ਜੋ ਇੰਨਾ ਵੱਡਾ ਪੌਦਾ ਬਣ ਗਿਆ, ਉਹਨੂੰ ਕਿੰਨੀ ਮਿਹਨਤ ਲੱਗੀ, ਕਿੰਨੇ ਉਹਨੂੰ ਦੁੱਖ ਝੇਲਣੇ ਪਏ ਇਸ ਦਰਮਿਆਨ, ਔਰ ਇਹਦੀਆਂ ਕੁਆਲਿਟੀਜ਼ ਕੀ ਨੇ, ਇਹਦੀਆਂ ਖੂਬੀਆਂ ਕੀ ਨੇ ਮੇਰੀਆਂ, ਇਹ ਦੱਸੇਗਾ। ਫਿਰ ਹੋ ਸਕਦਾ ਇਹ ਵੀ ਦੱਸੇ ਕਿ ਮੇਰਾ ਤੇ ਦੂਸਰੇ ਜਿਹੜੇ ਲਾਈਫ ਫੋਰਸ ਨੇ,
ਕਿਉਂਕਿ ਲਾਈਫ ਤਾਂ ਸਾਰੇ ਪਾਸੇ ਹੀ ਨਾ, ਪੂਰੇ ਯੂਨੀਵਰਸ ਦੇ ਵਿੱਚ ਜਿੰਦਾ ਯੂਨੀਵਰਸ ਹੈ, ਚਾਹੇ ਉਹ ਸਾਨੂੰ ਕੁਝ ਵੀ ਇਸ ਟਾਈਮ ਮੈਨੂੰ ਆਸੇ ਪਾਸੇ ਲੱਗ ਰਿਹਾ, ਮੇਰੀ ਆਸੇ ਪਾਸੇ ਬਿਲਕੁਲ ਖਾਲੀ ਜਗ੍ਹਾ ਹੈ, ਲੇਕਿਨ ਇਹਦੇ ਅੰਦਰ ਵੀ ਬਹੁਤ ਸਾਰੇ ਐਕਸਪੀਰੀਐਂਸਿਸ ਨੇ ਇਸ ਖਾਲੀ ਪੋਰਸ਼ਨ ਦੇ ਵਿੱਚ। ਮੇਰੇ ਔਰ ਇਸ ਫੋਨ ਦੇ ਦਰਮਿਆਨ ਵੀ ਜਿਹੜੀ ਖਾਲੀ ਜਗ੍ਹਾ ਹੈ, ਮੇਰੀ ਇਹਨਾਂ ਦੋ ਉਂਗਲੀਆਂ ਦੇ ਦਰਮਿਆਨ ਵੀ ਜੋ ਖਾਲੀ ਜਗ੍ਹਾ ਹੈ, ਮੇਰੀ ਇਹਨਾਂ ਦੋ ਉਂਗਲੀਆਂ ਦੇ ਦਰਮਿਆਨ ਵੀ ਜੋ ਵਿਚਕਾਰ ਖਾਲੀ ਜਗ੍ਹਾ ਹੈ। ਸਾਨੂੰ ਇੱਕ ਟਾਈਮ ਇਹਨਾਂ ਨੇ, ਸਾਡੇ ਸਰ ਨੇ ਪ੍ਰੈਕਟਿਸ ਕਰਾਈ ਸੀਗੀ ਕਿ ਇਹ ਦੋ ਇਸ ਉਂਗਲੀਆਂ ਦੇ ਖਾਲੀ ਜਗ੍ਹਾ ਤੁਸੀਂ ਲੋਕ ਦੇਖ ਵੀ ਨਹੀਂ ਸਕਦੇ ਹੋਗੇ, ਇਹ ਹੈ, ਲੇਕਿਨ ਹੈ, ਔਰ ਇਹਦੇ ਅੰਦਰ ਵੀ ਜੀਵਨ ਹੈ। ਇਸ ਜੀਵਨ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਹਰ ਦੋ ਪੱਤਿਆਂ ਦੇ ਵਿੱਚ ਜੀਵਨ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਸਾਨੂੰ ਐਕਸਰਸਾਈਜ਼ ਕਰਾਈ ਸੀ ਤਾਂ ਉਹ ਕਹਿੰਦੇ ਨੇ ਜੀਵਨ ਤਾਂ ਆਲਰੇਡੀ ਹੈ, ਤੇ ਫਿਰ ਉਹ ਹੋ ਸਕਦਾ ਹੈ ਕਿ ਉਹ ਤੁਹਾਨੂੰ ਇਹ ਰਿਲੇਸ਼ਨਸ਼ਿਪ ਦੱਸੇ ਕਿ ਮੇਰਾ ਔਰ ਦੂਸਰੀ ਜਿਹੜੀ ਲਾਈਫ ਫੋਰਸ ਨੇ ਜਿਹੜੀਆਂ ਉਹਦੇ ਆਸੇ ਪਾਸੇ ਨੇ, ਉਹਦਾ ਰਿਲੇਸ਼ਨਸ਼ਿਪ ਕੀ ਹੈ, ਜਾਂ ਹੋਰ ਵੀ ਬਹੁਤ ਕੁਝ ਦੱਸ ਸਕਦਾ, ਸਾਨੂੰ ਬਹੁਤ ਕੁਝ ਆਪਣੇ ਬਾਰੇ ਦੱਸ ਸਕਦਾ ਹੈ। ਲੇਕਿਨ ਅਗਰ ਅਸੀਂ ਇਹ ਸੋਚ ਕੇ ਬੈਠੇ ਹਾਂ ਕਿ ਮੈਂ ਆਪਣੇ ਵਾਰਤਾਲਾਪ ਦੇ ਵਿੱਚ ਇਹੀ ਸੁਣਨਾ ਚਾਹ ਰਹੀ ਹਾਂ ਕਿ ਮੈਂ ਉਹਨੂੰ ਕਿਸ ਤਰੀਕੇ ਨਾਲ ਕੰਫਰਟੇਬਲ ਕਰਾਂ ਤਾਂ ਕਿ ਉਹਦੀ ਗਰੋਥ ਜਿਹੜੀ ਹੈ ਹੋਰ ਅੱਛੀ ਤਰੀਕੇ ਨਾਲ ਹੋ ਜਾਏ, ਤਾਂ ਮੈਂ ਆਪਣਾ ਫੋਕਸ ਉਹਨਾਂ ਚੀਜ਼ਾਂ ਦੇ ਉੱਤੇ ਰੱਖਾਂਗੀ, ਕਿਉਂਕਿ ਮੈਂ ਇਹ ਸੋਚ ਰਹੀ ਹਾਂ, ਯਾਨੀ ਜਿਸ ਚੀਜ਼ ਉੱਤੇ ਮੈਂ ਚਾਹਾਂਗੀ ਪੌਦਾ ਮੈਨੂੰ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕਰੇਗਾ, ਲੇਕਿਨ ਅਗਰ ਮੈਂ ਕੁਝ ਡਿਸਾਈਡ ਕੀਤਾ ਕਿ ਮੈਂ ਉਹਦੇ ਕੋਲ ਪਾਰਟਿਕੂਲਰ ਇਹੀ ਗੱਲ ਕਰਨੀ, ਉਹ ਗੱਲਾਂ ਵੀ ਅਸੀਂ ਸੁਣਾਂਗੇ, ਇਹ ਨਹੀਂ ਕਰਾਂਗੇ ਕਿ ਅਗਰ ਪੌਦਾ ਕੋਈ ਗੱਲ ਕਰ ਰਿਹਾ ਤਾਂ ਮੈਂ ਉਹਨੂੰ ਰਿਜੈਕਟ ਕਰ ਦਾਂਗੀ, ਉਸਦੀ ਗੱਲ ਵੀ ਸੁਣਾਂਗੀ, ਲੇਕਿਨ ਪਾਰਟਿਕੂਲਰਲੀ ਫਿਰ ਮੈਂ ਉਹਨੂੰ ਪੁੱਛਾਂਗੀ ਕਿ ਮੈਨੂੰ ਦੱਸ ਮੈਂ ਤੈਨੂੰ ਕਿਸ ਤਰ੍ਹਾਂ ਕੰਫਰਟੇਬਲ ਕਰ ਸਕਦੀ ਹਾਂ, ਮੈਂ ਤੇਰੇ ਵਾਸਤੇ ਹੋਰ ਕੀ ਕਰ ਸਕਦੀ ਹਾਂ ਤਾਂ ਕਿ ਤੈਨੂੰ ਖੁਸ਼ੀ ਮਿਲੇ, ਤੈਨੂੰ ਆਨੰਦ ਮਿਲੇ, ਤੂੰ ਖਿਲੇ ਔਰ ਖੁੱਲੇ ਹੋਰ ਖੁੱਲ ਕੇ। ਔਰ ਫਿਰ ਜਦੋਂ ਅਸੀਂ ਜੋ ਕੁਝ ਵੀ ਸਾਨੂੰ ਰਿਸੀਵ ਹੋ ਰਿਹਾ ਥਾਟ ਪ੍ਰੋਸੈਸ ਦੇ ਵਿੱਚ, ਉਹਨੂੰ ਅਸੀਂ ਉੱਚਾ ਬੋਲਾਂਗੇ, ਉਹਨੂੰ ਬੋਲਾਂਗੇ, ਔਰ ਫਿਰ ਥੋੜੀ ਦੇਰ ਬਾਅਦ ਫਿਰ ਆਪਣੇ ਹਾਇਰ ਸੈਲਫ ਨੂੰ ਕਹਾਂਗੇ ਕਿ ਜਿਹੜੀ ਮੇਰੀ ਔਰ ਮੇਰੇ ਇਸ ਪਲਾਂਟ ਦੇ ਦਰਮਿਆਨ, ਇਸ ਪੌਦੇ ਦੇ ਦਰਮਿਆਨ ਜਿਹੜੀ ਵਾਰਤਾਲਾਪ ਹੋ ਰਹੀ ਹੈ, ਜਿਹੜੀ ਟਾਕ ਹੋ ਰਹੀ ਹੈ, कि ਇਹ ਬਿਲਕੁਲ ਠੀਕ ਹੈ, मतलब कोई पॉल्यूशन तो नहीं है, कोई गड़बड़ तो नहीं है कोई, यानी बिल्कुल ठीक कम्युनिकेशन चल रहा है ना हायर सेल्फ ਦੇ ਨਾਲ, ਪੌਦੇ ਦੇ ਹਾਇਰ ਸੈਲਫ ਨਾਲ ਹੀ ਗੱਲ ਕਰ ਰਹੀ ਹੈ ਨਾ, ਮੈਂ ਬਿਲकुल ठीक है, ਆਪਣੇ ਹਾਇਰ ਸੈਲਫ ਤੋਂ ਅਸੀਂ ਉਹਦੀ ਯੈਸ ਔਰ ਨੋ ਦੇ ਵਿੱਚ ਅਸੀਂ ਆਨਸਰ ਲੈਣਾ, ਔਰ ਜਦੋਂ ਅਸੀਂ ਯੈਸ ਔਰ ਨੋ ਦੇ ਸਿਗਨਲਸ ਲੈਣਾ ਸ਼ੁਰੂ ਕਰਾਂਗੇ ਤਾਂ ਸਾਨੂੰ ਗੱਲਬਾਤ ਕਰਨ ਦਾ ਜਿਹੜਾ ਪੌਦੇ ਦੇ ਨਾਲ ਸਾਡਾ ਤਰੀਕਾ ਹੈ ਇਹ ਅਸੀਂ ਕਰਾਂਗੇ। ਜਦੋਂ ਇਹ ਐਕਸਰਸਾਈਜ਼ ਫਿਨਿਸ਼ ਹੋ ਜਾਏਗੀ ਤੇ ਫਿਰ ਅਸੀਂ ਪੌਦੇ ਨੂੰ ਖੁਸ਼ ਕਰਨ ਲਈ, ਪੌਦੇ ਨੂੰ ਕੰਫਰਟੇਬਲ ਕਰਨ ਲਈ ਜਿਹੜੀ ਸਾਨੂੰ ਨੌਲੇਜ ਮਿਲੀ ਹੈ ਪੌਦੇ ਦੇ ਕੋਲੋਂ, ਅਸੀਂ ਉਹ ਸਾਰੇ ਕੰਮ ਕਰ ਸਕਦੇ ਹਾਂ। ਹੋ ਸਕਦਾ ਸਾਨੂੰ ਇਹ ਮੈਸੇਜ ਮਿਲੇ ਕਿ ਅਸੀਂ ਥੋੜਾ ਹੋਰ ਪਾਣੀ ਪਾਣਾ ਹੈ, ਹੋ ਸਕਦਾ ਸਾਨੂੰ ਮਿਲੇ ਕਿ ਸ਼ਾਇਦ ਉਹਨੂੰ ਅਸੀਂ ਇੱਥੋਂ ਹਟਾ ਕੇ ਛਾਵੇਂ ਰੱਖਣਾ ਹੈ, ਜਾਂ ਹੋ ਸਕਦਾ ਸਾਨੂੰ ਉਹ ਕਹੇ ਕਿ ਮੈਨੂੰ ਥੋੜਾ ਧੁੱਪ ਰੱਖੋ, ਮੈਨੂੰ ਧੁੱਪ ਦੀ ਜ਼ਰੂਰਤ ਹੈ, ਸਨਲਾਈਟ ਦੀ ਜ਼ਰੂਰਤ ਹੈ, ਜਾਂ ਉਹਨੂੰ ਖਾਦ ਦੀ ਜ਼ਰੂਰਤ ਹੈ, ਜਾਂ ਉਹਨੂੰ ਹੋ ਸਕਦਾ ਹੈ ਕਿ ਉਹ ਚਾਹੁੰਦਾ ਹੈ ਕਿ ਮੈਨੂੰ ਕਿਸੇ ਦੂਸਰੇ ਪੌਦੇ ਦੇ ਨਾਲ ਰੱਖੋ, ਕਿਉਂਕਿ ਇਹ ਵੀ ਮੈਂ ਇੱਕ ਜਗ੍ਹਾ ਤੇ ਇੱਕ ਟਾਈਮ ਸੁਣਿਆ ਸੀ ਕਿ ਕੋਈ ਪੌਦਾ ਕੱਲਾ ਸੀਗਾ, ਉਹ ਗਰੋਥ ਨਹੀਂ ਸੀ ਕਰ ਰਿਹਾ, ਫਿਰ ਕਿਸੇ ਨੇ ਜਦੋਂ ਜਾ ਕੇ ਐਕਸਰਸਾਈਜ਼ ਕੀਤੀ ਉਹਦੇ ਨਾਲ ਤੇ ਉਹਨੇ ਕਿਹਾ ਕਿ ਨਹੀਂ ਮੈਂ ਬਿਲਕੁਲ ਕੱਲਾ ਲੋਨਲੀ ਫੀਲ ਕਰਦਾ, ਤੇ ਮੈਨੂੰ ਕਿਸੇ ਦੂਸਰੇ ਪੌਦੇ ਦੇ ਕੋਲ ਰੱਖ, ਤੇ ਉਹਨੂੰ ਕਿਸੇ ਦੂਸਰੇ ਪੌਦੇ ਦੇ ਕੋਲ ਰੱਖਿਆ ਗਿਆ ਤੇ ਉਸ ਪੌਦੇ ਨੇ ਗਰੋ ਕਰਨਾ ਸ਼ੁਰੂ ਕਰ ਦਿੱਤਾ। ਤੇ ਕੁਝ ਵੀ ਉੱਥੋਂ ਉਹਦੇ ਵੱਲੋਂ ਕੋਈ ਵੀ ਮੈਸੇਜ ਆ ਸਕਦਾ, ਔਰ ਜੋ ਵੀ ਉਹਦਾ ਮੈਸੇਜ ਸਾਨੂੰ ਆਏਗਾ ਅਸੀਂ ਉਸ ਮੈਸੇਜ ਨੂੰ ਉਹਦੀ ਜਿਹੜੀ ਵੀ ਰਿਕੁਆਇਰਮੈਂਟ ਉਹਦੇ ਵੱਲੋਂ ਆਈ ਹੈ ਅਸੀਂ ਉਹ ਪੂਰੀ ਕਰਾਂਗੇ। ਹੋ ਸਕਦਾ ਸ਼ਾਇਦ ਕਹੇ ਕਿ ਮੈਨੂੰ ਕਟੋ, ਮੇਰੀ ਕਟਿੰਗ ਕਰ ਦੋ, ਜਾਂ ਹੋ ਸਕਦਾ ਮੈਨੂੰ ਥੋੜੀ ਦਵਾਈ, ਕੋਈ ਦਵਾਈ ਪਾਓ, ਕੁਝ ਵੀ, ਜੋ ਕੁਝ ਵੀ। ਔਰ ਹੁਣ ਜਦੋਂ ਅਸੀਂ ਪੌਦੇ ਦੇ ਕੋਲੋਂ ਇਨਫੋਰਮੇਸ਼ਨ ਲੈ ਲਈ, ਸਾਡੀ ਵਾਰਤਾਲਾਪ ਹੋ ਗਈ, ਸਾਡੀ ਗੱਲਬਾਤ ਪੌਦੇ ਦੇ ਨਾਲ ਹੋ ਗਈ, ਤੇ ਹੁਣ ਅਸੀਂ ਕੀ ਕਰਾਂਗੇ, ਹੁਣ ਅਸੀਂ ਜਿਹੜਾ ਫਾਰਮੂਲਾ ਹੈ, ਜਿਹੜਾ ਅਸੀਂ ਫਾਰਮੂਲੇ ਤੇ ਅਸੀਂ ਗੱਲ ਕੀਤੀ ਹੈ, ਉਹ ਫਾਰਮੂਲਾ ਬਣਾਵਾਂਗੇ ਪੌਦੇ ਦੇ ਗੱਲਬਾਤ ਜਿਹੜੀ ਸਾਨੂੰ ਮਿਲੀ ਹੈ, God and I claim and accept, ਜਿਸ ਤਰ੍ਹਾਂ ਹੁਣ ਮੈਂ ਕਹਿ ਲਈ abundance with the thoughts। ਹੁਣ ਇਹਦੇ ਚ ਗੱਲ ਕਿੱਥੋਂ ਆ ਰਹੀ ਹੈ, ਥਾਟਸ, ਕਿਉਂਕਿ ਮੈਂ ਵੀ ਸੋਚ ਰਹੀ ਸੀ, ਕਿਉਂਕਿ ਇਹ ਬਣਾਉਣ ਦੀ ਜ਼ਰੂਰਤ ਕੀ ਹੈ, ਇਹਦੇ ਚ ਜਿਹੜਾ ਅਸੀਂ ਫਾਰਮੂਲਾ ਬਣਾਉਣਾ ਹੈ, ਗੱਲਬਾਤ ਕੀਤੀ, ਮੈਨੂੰ ਪਤਾ ਚੱਲ ਗਿਆ, ਮੈਂ ਉਹਦੀ ਕਟਿੰਗ ਵਗੈਰਾ ਜੋ ਉਹਨੂੰ ਚਾਹੀਦਾ ਉਹ ਕਰ ਦਿੱਤਾ, ਤੇ ਫਾਰਮੂਲੇ ਬਣਾਉਣ ਦੀ ਜ਼ਰੂਰਤ ਕੀ ਹੈ, ਲੇਕਿਨ ਫਾਰਮੂਲਾ ਬਣਾਉਣ ਦੀ ਜ਼ਰੂਰਤ ਇਸ ਕਰਕੇ ਕਿਉਂਕਿ ਜਿਹੜਾ ਥਾਟ ਵਾਲਾ ਸੈਕਸ਼ਨ ਆਏਗਾ, ਉਸ ਥਾਟ ਦੇ ਵਿੱਚ ਮੇਰੇ ਜਿਹੜੇ ਨੈਗੇਟਿਵ ਵਿਚਾਰ ਨੇ, ਜਿਸ ਤਰ੍ਹਾਂ ਅਸੀਂ ਪਿਛਲੇ ਪੜਿਆ ਸੀਗਾ ਜਦੋਂ ਅਸੀਂ ਆਪਣੇ ਨੀਅਰ ਐਂਡ ਡੀਅਰ ਵਨਸ ਨੂੰ ਡਿਵਿਨਿਟੀ ਦੇਖਣੀ ਸੀਗੀ, ਤੇ ਉਹਦੇ ਨਾਲ ਅਸੀਂ ਜਿਹੜੇ ਵਿਚਾਰਾਂ ਦੇ ਨਾਲ ਅਸੀਂ ਕਰੈਕਸ਼ਨ ਕਰਨੀ ਸੀ, ਆਪਣੇ ਵਿਚਾਰਾਂ ਦੇ ਨਾਲ ਕਰੈਕਸ਼ਨ ਕਰਨੀ ਸੀ, ਤਾਂ ਉਹਦੀ ਗਰੋਥ ਦੇ ਵਿੱਚ ਜਿਹੜੇ ਸਾਡੇ ਵਿਚਾਰ ਰੁਕਾਵਟ ਬਣਦੇ ਹੋਣਗੇ, ਉਹਨਾਂ ਵਿਚਾਰਾਂ ਦੀ ਆਟੋਮੈਟਿਕਲੀ ਕਰੈਕਸ਼ਨ ਹੋ ਜਾਏਗੀ, ਕਿਉਂਕਿ ਜ਼ਰੂਰ ਸਾਡੇ ਥਾਟ ਪ੍ਰੋਸੈਸ ਆਪਣਾ ਹੀ ਸਮਝ ਦੇ ਵਿੱਚ ਆਏਗਾ
कि ਕਿਹੜੇ ਥਾਟ ਪ੍ਰੋਸੈਸ ਨੇ ਜਿਹਦੇ ਕਰਕੇ ਮੇਰੇ ਪੌਦੇ ਦੀ ਜਿਸ ਤਰ੍ਹਾਂ ਦੀ ਗਰੋਥ ਹੋਣੀ ਚਾਹੀਦੀ ਹੈ, ਮੇਰੇ ਪੌਦੇ ਨੇ ਜੋ ਡਿਮਾਂਡ ਕੀਤੀ ਹੈ ਉਹ ਕਿਉਂ ਕੀਤੀ ਹੈ, ਕਿਉਂ ਉਹਨੂੰ ਲੱਗਿਆ ਕਿ ਉਹਨੂੰ ਇਸ ਚੀਜ਼ ਦੀ ਡਿਮਾਂਡ ਕਰਨੀ ਚਾਹੀਦੀ ਹੈ, ਕਿਸ ਕਮੀ ਲੱਗੀ। तो मेरा थॉट वाला ਜਿਹੜਾ ਕਰੈਕਸ਼ਨ ਵਾਲਾ ਪਾर्ट है थॉट ਦਾ, ਉਹ ਆਟੋਮੈਟਿਕਲੀ ਠੀਕ ਹੋਣਾ ਸ਼ੁਰੂ ਹੋ ਜਾਏਗਾ। तो ਅਸੀਂ ਫਾਰਮੂਲਾ ਬਣਾਵਾਂਗੇ। ਲੇਕਿਨ ਜਦੋਂ ਅਸੀਂ ਫਾਰਮੂਲਾ ਬਣਾਵਾਂਗੇ तो ऑफ कोर्स ਅਸੀਂ प्रेजेंट टेंस ਦੇ ਵਿੱਚ ਹੀ ਬਣਾਣਾ ਕਿ ਇਹ ਚੀਜ਼ ਹੋ ਗਈ ਹੈ, दैट्स डन। ਨਾਲ ਹੀ ਨਾਲ ਅਸੀਂ ਐਕਸਪੀਰੀਅੰਸ ਕੀ ਕਰਨਾ ਹੈ कि ਇਹ ਸਾਡਾ ਐਕਸਪੀਰੀਅੰਸ ਹੈ, ਇਹ ਮੇਰੀ ਮੈਨੀਫੈਸਟੇਸ਼ਨ ਹੈ, ਇਹ ਮੇਰੀ ਸ੍ਰਿਜਨਾਤਮਕਤਾ ਹੈ ਜਿਹੜੀ ਮੈਂ ਇਸ ਪੌਦੇ ਦੇ ਵਿੱਚ ਦੇਖਣਾ ਚਾਹ ਰਹੀ ਹਾਂ। मेरी क्रिएटिविटी है जो मैं इस पौधा ऑलरेडी क्रिएट कर रहा है, पौधे के अंदर ऑलरेडी वो सारियां क्वालिटीज ने, पौधा खिल रहा है, खुल रहा है, सब कुछ कर रहा है, लेकिन लाभदायक भी है। लेकिन असी इत्थे थॉट प्रोसेस मतलब साडे अंदर की होना कि यह मेरी क्रिएशन है, मेरी मैनीफेस्टेशन है। जो तुसी फार्मूला बनाओगे पहले तो थॉट प्रोसेस साडा समझ दे विच आएगा जिन्हों करैक्शन दी है। दूसरा एक चीज दी मैंने पता चलेगा कि यस आई कैन क्रिएट दिस, मैं ए भी क्रिएट कर सकती हूँ। तो ए मेरी क्रिएशन है, मैं डिविनिटी, मैं इहदे अंदर ए गुण देखने चाह रही हूँ। किहड़े गुण? वो सारे गुण जिहड़े मेरे अंदर ने, जिस तरह नॉन जजमेंटल, विनम्रता, प्रेम, फॉरगिवनेस, हर गुण जो मेरे अंदर है उस पौधे दे अंदर भी वो सारियां क्वालिटीज हैगियां ने, ए असी फील करना है। हकीम लुकमान का नाम तुसी सबने सुनिया होएगा। हकीम लुकमान कहंदे ने वो हर पौधे दे कोल 2-2, 3-3 घंटे, 4-4 घंटे जाके बैठे रहंदे हुंदे सी, कुछ नहीं सी करदे, पौधे दे कोल चले जांदे सी जंगल दे विच और ओदे कोल जाके बैठे रहंदे सी और उन्हें पुछदे हुंदे सी भी दस तेरियां प्रॉपर्टीज की ने, तेरा किस किस तरीके दे नाल यूज हो सकता है। और वो पौधा कहंदे ने खुद ब खुद हकीम साहब नूं दसना शुरू कर दिंदा सी कि मेरे इस पौधे दे नाल ए करोगे तो इस बीमारी का इलाज हो जाएगा, ए पौधे दा इस नाल जोड़ोगे, हर कॉम्बिनेशन उस पौधे दे अपने बारे हर चीज वो पौधा दस दिंदा सी। ओदे इफेक्ट, साइड इफेक्ट, ओदी की बेनिफिशियल, ओदी की प्रॉपर्टीज ने, ओदी प्रॉपर्टीज नूं केड़ी चीज दे नाल अगर वो यूज करोगे तो नुकसान हो सकता है। छोटी तो छोटी चीज ओ हकीम लुकमान ओदे कोलों जाके पुछदे हुंदे सी हर पौधे दे कोल, और हर पौधा उन्हां दे नाल डिटेल दे विच गल करदा सी और उन्होंने पूरी दी पूरी एक दवाइयां इसदियां बना दित्तियां जिन्हां नाल कि हकीम लुकमान जिहदे नाल लोशन और सारियां चीज़ां दवाइयां आंदियां ने जिहड़ियां काफी फेमस ने। हकीम लुकमान मीनस परफेक्ट, इहदे विच कोई गड़बड़ नहीं हो सकती। तो यह उन्हां दा पौधे दे नाल गल करन दा तरीका सी। हुण जदों असीं यह एक्सरसाइज करनी है तो इस एक्सरसाइज नूं करदे करदे असीं काम की करना है, यह अपनी समझ दे उत्ते काम करना है। यह अपनी जिहड़ी साडी समझ है, जिहड़ी समझ असीं कल प्राप्त कीती सीगी इस ओहदे विच कि जिस तरह मैं प्रेम दे नाल बनाया है ईश्वर ने, ऐसे प्रेम दे नाल ईश्वर ने दूसरी हर चीज नूं बनाया है। और पर प्रेम जिहड़ा है अपने प्रति जागरूक होना चाह रहा है, प्रेम खुद नूं अनफोल्ड करना चाहता है। प्रेम एक ऐसी एनर्जी है, यानी प्रेम एक बेसिक चीज है इस यूनिवर्स दे विच, जिस तो अलावा कुदरत दी चीज़ां क्रिएट हो ही नहीं सकदियां। बेसिक वो है, बेस वो है, लेकिन इस बेस दे अंदर अपने आप नूं अनफोल्ड करन दी ताकत है। यह अपने बारे खुद बारे जानना चाहता है प्यार नूं, और उन्होंने प्रोसेस दे विच असीं मदद किस तरह करांगे जदों असीं इस तरीके दे नाल हर चीज़ दे नाल गलबात करांगे उस तरीके दे नाल। ते लव अपने आप नूं जानना चाहता है, अपने आप नूं अनफोल्ड करना चाहता है, अपने आप नूं एक्सप्रैस करना चाहता है। और जिस तरह सानू फिर भी जदों असीं कॉन्शियसली गल करांगे, क्योंकि पौधा तो असीं कहने ना निर्जीव है, असीं उहदा जदों कॉन्शियसली गल करांगे तो पौधा सानू जवाब दे रहा है। तुहानूं कहना पूरी दी पूरी साइंस हकीम लुकमान दी आ चुकी है जिहड़ी कि इस तरीके दे नाल चलदी चली आ रही है। और सानू फिर यह भी पता चलेगा कि एक चीज साडे नाल गलबात करन लई तैयार है, चाहे वो पत्थर ही क्यों नहीं है। अगर असी सीक्रेट पढ़ी होएगी तो सीक्रेट दे विच देखिया होएगा कि एक पत्थर की गल आ रही सी, उन्हें पत्थर सीगा ते किसी ने बच्चा किसी का उन्हें इस तरह ही गल की कि पत्थर है, मैं इस तरह करदा और पत्थर ने मेरी इस तरह सारियां चीज़ां पूरियां कीतियां। ते एक इंसान ने उन्होंने लिखिया कि बई मेरा बच्चा भी बीमार है और मैनू तो स्टोन जिहड़ा तेरा हैगा
ਜਿਹਦੇ ਨਾਲ ਇਹ ਸਾਰੇ ਕੰਮ ਹੋ ਜਾਂਦੇ ਨੇ ਮੈਨੂੰ ਭੇਜ। ਉਸ ਪਰਸਨ ਨੇ ਕਿਹਾ ਕਿ ਮੈਨੂੰ ਉਸ ਟਾਈਮ ਕੁਝ ਸਮਝ ਨਹੀਂ ਆਈ ਔਰ ਮੈਂ ਕਿਉਂਕਿ ਸਮੁੰਦਰ ਦੇ ਕਿਨਾਰੇ ਸੈਰ ਕਰ ਰਿਹਾ ਸੀ ਤੇ ਉੱਥੋਂ ਹੀ ਮੈਨੂੰ ਇੱਕ ਪੱਥਰ ਮਿਲਿਆ ਔਰ ਉਸੇ ਜੇ ਪੱਥਰ ਜਿਹਨੂੰ ਮੈਂ ਅੱਛੇ ਤਰੀਕੇ ਨਾਲ ਧੋ-ਧਾ ਕੇ ਸਾਫ਼ ਕਰਕੇ ਉਹਨੂੰ ਭੇਜ ਦਿੱਤਾ। ਔਰ ਉਸ ਤੋਂ ਬਾਅਦ ਕਹਿੰਦੇ ਮੈਂ ਭੇਜ ਕੇ ਭੁੱਲ ਵੀ ਗਿਆ ਔਰ ਬਾਅਦ ਦੇ ਵਿੱਚ ਕਹਿੰਦੇ ਪਤਾ ਚੱਲਿਆ ਕਿ ਉਸ ਜਦੋਂ ਉਸ ਆਦਮੀ ਦਾ ਲੈਟਰ ਆਇਆ ਔਰ ਇੰਨਾ ਵੱਡਾ ਕਿ ਮੇਰਾ ਬੇਟਾ ਬਿਲਕੁਲ ਠੀਕ ਹੋ ਗਿਆ, ਤੂੰ ਮੈਨੂੰ ਇੰਨਾ ਖੂਬਸੂਰਤ ਪੱਥਰ ਭੇਜਿਆ, ਇਹ ਸਾਰਾ ਕੁਝ। ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ ਕਿ ਅਸੀਂ ਆਪਣੇ ਆਪ ਨੂੰ ਖੁੱਲਾ ਰੱਖਣਾ ਹੈ ਇਸ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਦਿਖ ਰਿਹਾ ਹੈ ਉਹਦੇ ਨਾਲ ਗੱਲਬਾਤ ਕਰਨੀ, ਕਿਉਂਕਿ ਜਿਸ ਤਰ੍ਹਾਂ ਅਸੀਂ ਵਾਰਤਾਲਾਪ ਕਰਾਂਗੇ ਉਸ ਦੇ ਅੰਦਰ ਉਹ ਸਾਰੇ ਗੁਣ ਜੋ ਈਸ਼ਵਰ ਨੇ ਈਸ਼ਵਰ ਦੇ ਗੁਣ ਨੇ ਜੋ ਮੇਰੇ ਅੰਦਰ ਮੈਂ ਮਹਿਸੂਸ ਕੀਤੇ, ਉਹਨਾਂ ਸਾਰੇ ਗੁਣਾਂ ਨੂੰ ਵੀ ਮੈਂ ਸਾਹਮਣੇ ਜੋ ਕੁਝ ਵੀ ਸਾਨੂੰ ਦਿਖਾਈ ਦੇ ਰਿਹਾ ਹੈ ਉਹ देख मतलब गालबात सुनना और बोलना दोनों चीज़ां, मैं बोल रही हूँ सामने वाला सुन रहा है और वो बोल रहा है और मैं उसकी गल सुन रही हूँ, तो प्रोसेस वार्तालाप ऐप कंप्लीट हो जाएगा। ताकि और ऐप कम्युनिकेशन किस तरह चलेगा थॉट लैवल दे उत्ते विचारां दे विच साडा गलबात जिहड़ी करन दा तरीका है चलण वाला है। हुण इहदे अंदर सारियां चीज़ां आ जांदियां ने, कुत्ते बिल्ली चिड़िया शेर चीते हर चीज, इवन के मक्खी मच्छर चींटियां छोटे तो छोटा इंसेक्ट जिहड़ा सानू दिखाई भी नहीं दे रहा, क्योंकि इस टाइम जिस तरह मैं कहा कि हजारां लखां चीज़ां मेरे आसे पासे होंदियां जिन्हां नूं मैं देख नहीं पा रही हूं, लेकिन वो है मौजूद ने क्योंकि मैं उन्होंने देख नहीं पा रही हूं, इस पिछे मैनूं लग रहा वो है नहीं। जदों मैं गलबात करनी शुरू करांगी ते ऐसे ਵਿੱਚੋਂ ਹੀ ਬਹੁਤ ਕੁਝ ਚੀਜ਼ਾਂ ਨੂੰ ਮੈਂ ਐਕਸਪਲੋਰ ਕਰ ਪਾਵਾਂਗੀ। ਜਿਸ ਤਰ੍ਹਾਂ ਅਸੀਂ ਕੱਲ ਕਿਹਾ ਕਿ ਬਰਤਨ ਵੀ ਸਿੱਕੁੜ ਜਾਂਦੇ ਨੇ, ਬਰਤਨ ਨੂੰ ਵੀ ਜਦੋਂ ਇੰਨੇ ਬਰਤਨਾਂ ਦੇ ਵਿੱਚੋਂ ਚੁਣਿਆ ਗਿਆ, ਐਕਚੁਅਲੀ ਜਦੋਂ ਲੇਡੀ ਦਾ ਉਸ ਦੇ ਚੋਂ ਬਹੁਤ ਸੁੰਦਰ ਐਗਜ਼ਾਮਪਲ ਦਿੱਤਾ ਸੀ ਕਿ ਜਦੋਂ ਲੇਡੀ ਕਿਚਨ ਦੇ ਵਿੱਚ ਜਾਂਦੀ ਔਰ ਅਲਮਾਰੀ ਖੋਲਦੀ ਹੈ, ਐਡੇ ਸਾਰੇ ਬਰਤਨ ਹੁੰਦੇ ਨੇ, ਸਾਰੇ ਬਰਤਨ ਥੋੜੇ ਜਿਹੇ ਸਿੱਕੁੜ ਜਾਂਦੇ ਨੇ ਕਿ ਬਸ ਪਤਾ ਨਹੀਂ ਕਿਹਨੂੰ ਚੁਣਿਆ ਜਾਏਗਾ, ਹੁਣ ਕਿਹਦੀ ਹੁਣ ਵਾਰੀ ਆ ਗਈ ਹੈ ना। फिर उन्होंने विच जो किस पर्टिकुलर बर्तन नूं हथ लगाया जाता है ते बाकी दे बर्तन जिहड़े ने वो रिलैक्स हो जाते हैं और पर्टिकुलर वही बर्तन सिकुड़ जाता है कि लै बई हुण मेरी वारी आ गई है ना। फिर वो बर्तन नूं गैस ते, यानी ये सारियां चीज़ां हो रही सी उस बर्तन के अंदर, लेकिन साडी अवेयरनेस नहीं सी, साडी बेहोशी सीगी, इस करके असी मैटल दे विच भी जाना है, असी इस चीज़ नूं समझ नहीं पाए। वो तो साइंटिस्ट जदों बसु जी आए बोस जगदीश चंद्र बोस, ते उन्होंने एक्सपेरीमेंट किए, बहुत खास एक्सपेरीमेंट उन्होंने इन्हां चीज़ों के उत्ते कीते और इस चीज़ नूं पक्का कर दिता कि यस इन्हां चीज़ां दे अंदर भी जान है। तो असी भी स्पिरिचुअल साइंटिस्ट हाँ ते असी हुण की करना है कि हर चीज़ नूं जो भी सानूं दिख रही है उहदे नाल गलबात करनी शुरू करनी है, गलबात करनी शुरू करनी है। देखो हर चीज़ बोल रही है, चाहे अगर मैं अपने एक्सपीरियंस तो गल करा, कल मैं अपना एक एक्सपीरियंस शेयर किया सीगा, क्योंकि प्लांट्स दे नाल तो मैं सिर्फ इतनी गल तो मैं हमेशा करदी हां, आई लव यू, आई रिस्पेक्ट यू, पानी पान लग्या और लेकिन हाँ बाकी दे गुण मैं उन्हां च नहीं देखने शुरू कीते। ए गुणां नूं हुण मैं जदों मैं ए चैप्टर पढ़िया ए मैं उन्हां दी प्रैक्टिस हुण करनी शुरू कीती है और इन्हां दे रिजल्ट मैनूं फिर दिखाई भी देने शुरू हो जाणगे, क्योंकि मैं हुण देख रही सीगी कि मैं अपने पौधे नूं पानी पांदी सी तो पानी पूरा दा पूरा बह जाता सी। फिर मैं बैठ के उन्हां दे नाल गलबात कीती ते हुण मैं जदों पानी पानी आ ते मेरा पानी वो लोग जज्ब कर लैंदे ने, तुरंत बाहर नहीं निकल जाता। सिर्फ इतनी एक्सरसाइज, पानी तो मैं पहले भी पा रही सी पौधियां नूं, लेकिन सिर्फ पानी पाया ना आई लव यू कह के, लेकिन मैं देखती सी मेरे पौधे घंटे बाद ही ड्राई हो जाते सी, क्यों पानी सारा बह जाता सी। हुण मैं देखदी और मैनूं फिर पोचा लगाना पैंदा सी काफी बाहर जाके, क्योंकि सीढ़ियां दे विच भी ने अंदर भी ने, तो पानी पूरा गिल्ला हो जाता क्योंकि जो मैं पानी पाया सब बाहर आ गया। ए हुण मैं जो 2-3 दिन की एक्सरसाइज उस मैं देख रही कि मेरा पानी बाहर नहीं आता, कल तक भी वो पानी गिला रहिंदा मेरा मिट्टी। बाकी दी एक्सरसाइज करन वाली, लेकिन हाँ आई लव यू मैं उन्हें जरूर बोलती सी। लेकिन मेरी कम्युनिकेशन अगर तुसीं देखोगे तो चीज़ां दे नाल लोकां दे नाल भी कम्युनिकेशन रही है हमेशा ही, उन्हां दे वार्तालाप मेरी हमेशा, चाहे कोई बंदा मेरे को है या नहीं है, ਉਹਨੂੰ अपनी लव एनर्जी भेजते रहना, चीज़ों ਨੂੰ लव एनर्जी भेजते रहना। रेखी च भी सिखाया से, फिर असी जिथे हम हैप्पी थॉट्स जाने उत्थों भी असी चीज़ सीखी और प्रैक्टिस भी मैं करती रहनी। कोई किताब अगर गवाच गई है तो ਉਹਨੂੰ बुलाना है, ਉਹਦੇ AMSY ਨਾਲ गल EMSY ਨਾਲ गल करनी ताकि वो चीज़ मेरे को आ जाए। और जिस तरह हुण मेरे ईयरफोन्स ने खराब हो गए, नहीं सी चल रहे, क्योंकि ऊपर तो 4th फ्लोर तो नीचे गिर गए और चल नहीं सी रहे,
तो नए हेडफोन्स खरीद ले, लेकिन फिर उन्होंने ठीक कराने वास्ते कुछ नहीं सी मिल रहा, क्योंकि लग रहा सीगा कि नहीं भाई ठीक हो जाने चाहिए ने, तो कोई मकैनिक नहीं सी मिले, समझ नहीं सी आ रही कि कोल जावां। ते फिर मैं सोचा क्यों नहीं मेरे नाल गल करनी शुरू कर दी। यकीन जानो मैं उहदे नाल गल करनी शुरू की, और जिस तरह ही गल करनी शुरू की अज मैं उन्होंने डेली पा रही हूँ, डेली उन्होंने वरत रही हैं बिना किसी ओहदे तो, क्योंकि उन्होंने लव एनर्जी भेजी कि नहीं तुसी गल कर सकते हो, तुहाडे कोल आई एम सॉरी। लेकिन उदों मैं इस तरह गल नहीं सी करदी कि तुहाडे अंदर ए सारियां क्वालिटीज ने, ए प्रैक्टिस मैं हुण करनी शुरू की है। लेकिन हाँ मैं लव एनर्जी जरूर भेजदी सी, फॉरगिवनेस जरूर करदी सी कि मेरे को गलती हो गई, तुसी नीचे गिर गए, लेकिन प्लीज तुसी अपने पुराने फॉर्म दे विच आ जाओ, मैं तुहानू यूज करना चाह रही हूं। तो ए चीज़ां होनियां शुरू हो गई। चीज़ां अगर असी उधर चले जाइए ते रघुबीर सिंह बीर जी हैगे ने, जिन्हां ने जिन्हां दी बुक्स बंदगी नामा और बहुत इहो जिहियां चीज़ां ने जिहड़ियां असी देखियां होणगियां, अगर किसी ने पढ़न दा शौक होएगा। उन्होंने बुक अरदास शक्ति दे विच एक गल लिखी सी कि उन्हां दा किते जा रहे सी और उन्होंने उन्हां दी जिहड़ी अटैची सीगा, सूटकेस सीगा, वो गवाच गया, मतलब मिलिया नहीं उन्होंने। और फिर उन्होंने देखा कि वो सूटकेस दे विच सारे पेपर सीगे जिहड़े उन्होंने चाहिए सीगे, जिन्हां दे नाल उन्होंने जाके किते लैक्चर होने सी उन्हां दे। ते उन्होंने कहा कि मेरे जान दा फायदा ही नहीं है, और वापस उतरे। उन्होंने पुलिस दे विच जाके रिपोर्ट लिखाई कि मेरा अटैची खो गया, और पुलिस वाले ने कहंदे उन्होंने इक्को गल कही कि ए जिहड़ा कुली है इन्ने ही तुहाडी चीज चुराई है, क्योंकि ए कुली लोग इस तरह ही करदे ने। और वो कुछ मुस्लिम सीगा कुली। लेकिन इन्होंने कुछ नहीं किया, कहते कि तुसी अगर यह रिपोर्ट लिखा दो कि पुलिस वाले ते तुहानू शक है, तेनू तो मैं कुट के हुणे ही तुहानू करा देना। लेकिन खैर उन्होंने कुछ नहीं किया, कहते नहीं इस तरह कुछ नहीं है, तुसी जो भी है अपना करो, और मेरा अटैची रिपोर्ट लिखा के घर वापस आ गए। घर कहते जो वापस आए तो उन्होंने पिता जी ने उन्होंने पूछा भी तू जाना सीगा, तू आए गया नहीं? कहते मैं जाके की करता, जेडे पेपर मैनू चाहिए सीगे वो पेपर तो मेरे को गवाच गए, मेरी पूरी जिंदगी की जमा पूंजी सीगी, पैसे चले गए ओदा कुछ नहीं, लेकिन मेरी पूरी जिंदगी की जमा पूंजी सी जिहड़ी कि मेरी अटैची चोरी होने दे नाल चली गई। ओदे पिता जी ने उन्होंने एक सवाल पूछा कि तेनू सच्ची लगदा तेरा अटैची चोरी हो गया? कहंदे हाँ। कहंदे तेनू किन्ने कह दिता भी तू इन्ना गुरमत दा प्रचार कर रहे हैं, तेनू ये किन्ने कह दिता कि चीज़ां गवाचदियां ने? चीज गवाची नहीं है, इस यूनीवर्स दे विच तेरियां अखां तो होले हो गई, लेकिन किसी दे कोल है वो चीज। हुण जिसदे कोल वो चीज है, जिसने दिखाई, जिसदे देखण दे दायरे दे विच वो चीज है, तू अपनी चीज नू आवाज क्यों नहीं मारदा? तू कहंदा क्यों नहीं अपनी चीज दे नाल, अपनी अटैची दे नाल गलबात क्यों नहीं करदा? अटैची दे नाल गलबात करेगा और चीज तेरी तेरे कोल वापस आ जाएगी, क्योंकि तू नहीं देख रहा, लेकिन कोई बंदा है जिहड़ा उहनू देख रहा है। कहते मैंने अपने पिता जी की गल समझ तो कुछ आई नहीं, और उन्होंने कहा कि नहीं हूं तू तैयार कर, सवेर की पहली गड्डी आएगी, तू गड्डी पकड़ के चला जा, यानी जेड़ा तेरा लेक्चर वाला जेड़ा प्रोग्राम है वो तू करना नहीं है, ते ओ तू सवेरे चला जा। कहते मैं अपना अटैची तो मेरा दूसरा अटैची तैयार किया और चला गया सवेरे, और चलो मैं इन्हां दे 2-3 दिन का प्रोग्राम सीगा, सारा कुछ हो गया। कहते फिर मैनू मेरे लैटर आई कि बई तुहाडा सामान जिहड़ा है मिल चुका है। कहते मैं अपने मन च किया भी ठीक है सामान मिल गया, तो फिर पुलिस वाले ने ठीक ही किया होना। लेकिन इन शॉर्ट सॉरी कि इन्होंने अटैची दे नाल पता इन्होंने कुछ नहीं चलिया, लेकिन जिद्दां इन्हां दे पिता जी ने कहा सीगा कि उस अटैची दे नाल गलबात कर, जिहड़ा तेरा सामान उस दे विच पिया सी उहदे नाल गलबात कर। ते इन्होंने वो जो कुछ भी कीता सीगा पिता ने, लेकिन बद्दे रुस्से मन नाल, दिल दे नाल नहीं, लेकिन वो करके अपना सवेरे इन्होंने ट्रेन पकड़ी और अपना सारा कुछ कर लिया। और उस तो बाद कहते जदों मैं लैटर मिली तो मैं पुलिस स्टेशन गया, तो मैंने पूरा पक्का पता सीगा कि कुली कोलों ही मार कुट के इन्होंने सामान लगाया होएगा। लेकिन कहते वो जिहड़ा उत्थे इंस्पैक्टर सीगा वो बड़ा हैरान होया, कहंदा है मेरी जिंदगी दे विच फर्स्ट टाइम होया कि तुहाडा अटैची कोई बंदा खुद आके दे के गया। और कहंदे ने एक बंदा आया, वो भी मुस्लिम सीगा, जिहड़ा गलती नाल जिहदे कोल अटैची चला गया सी, उन्हें कहंदे फिर वो अगे चला गया सी, अगे जाके उन्हें अटैची खोलिया और देखा कि यह अटैची तो ओदा नहीं है। फिर कहंदे वो वापस उतर के इस पुलिस स्टेशन दे विच आया और उन्हें जमा करा, ताकि मैं नहीं जानदा किहदा है, लेकिन क्योंकि इत्थों ही मैं भी चढ़िया तो किसी ना किसी दा होएगा, तुसीं उत्थों तक पहुंचा देना। इन शॉर्ट फिर उन्होंने रघुबीर सिंह वीर जी मन्ने कि यस चीज़ां गल्लां करदियां ने, चीज़ां दे विच ए ताकत है कि वो गल्लां करदियां ने। असी अपनी गुरबानी दे विच देखिए ते असी ए कथावां असी बहुत सुनियां ने कि गुरु साहब
9ਵੀਂ ਪਾਤਸ਼ਾਹੀ ਜਦੋਂ ਪਟਨਾ ਸਾਹਿਬ ਦੇ ਵਿੱਚ ਗਏ ਤੇ ਉੱਥੇ ਪੂਰਾ ਬਾਗ ਜਿਹੜਾ ਸੁੱਕਿਆ ਪਿਆ ਸੀ ਤੇ ਇਹਨਾਂ ਨੇ, ਗੁਰੂ ਜੀ ਨੇ ਕਿਹਾ ਕਿ ਮੈਂ ਇੱਥੇ ਹੀ ਰੁਕਣਾ ਹੈ। ਤੇ ਉਹ ਜਿਹੜਾ ਉੱਥੋਂ ਦਾ ਮਾਲਕ ਸੀਗਾ ਉਹ ਕਹਿੰਦਾ ਕਿ ਨਹੀਂ, ਤੁਸੀਂ ਇੱਥੇ ਰੁਕ ਕੇ ਕੀ ਕਰੋਗੇ, ਇਹ ਤਾਂ ਉਜਾੜ ਹੈ। ਤੇ ਗੁਰੂ ਸਾਹਿਬ ਕਹਿੰਦੇ ਨਹੀਂ, ਮੈਂ ਇੱਥੇ ਹੀ ਰੁਕਣਾ। ਔਰ ਜਦੋਂ ਜਿਸ ਤਰ੍ਹਾਂ ਹੀ ਗੁਰੂ ਸਾਹਿਬ ਨੇ ਐਂਟਰੀ ਕੀਤੀ, ਪੂਰਾ ਦਾ ਪੂਰਾ ਬਾਗ ਹਰਾ ਹੋ ਗਿਆ। ਕੀ ਹੋਇਆ ਹੋਏਗਾ ਉੱਥੇ? ਉਹਨਾਂ ਨੇ ਵਾਰਤਾਲਾਪ ਕੀਤੀ ਹੋਏਗੀ। ਇਹੀ ਸਾਇੰਸ ਉੱਥੇ ਉਹਨਾਂ ਨੇ ਯੂਜ਼ ਕੀਤੀ ਹੋਏਗੀ। ਇਹ ਅਸੀਂ ਜਿਹੜੀ ਅਸੀਂ ਸਟੋਰੀ ਪੜ੍ਹਦੇ ਹਾਂ, ਜਿਉਂ ਜਿਉਂ ਨਾਮਾ ਹਰੀ ਗੁਣ ਉਚਰੇ ਭਗਤ ਜਨਾ ਕੋ ਦੇਹਰਾ ਫੁਰੇ, ਅਸੀਂ ਨਾਮਦੇਵ ਦੀ ਉਹ ਦੇਖ ਕੇ ਵੀ ਆਏ ਹਾਂ ਕਿ ਜਿੱਥੇ ਉਹ ਪੂਰਾ ਦਾ ਪੂਰਾ ਦੇਹਰਾ ਫਿਰ ਗਿਆ, ਮੂਰਤੀ ਘੁੰਮ ਗਈ। ਕੀ ਹੋਇਆ? ਪੱਥਰ ਘੁੰਮ ਗਿਆ। ਕੀ ਕੀਤਾ ਐਸਾ? ਕਿਉਂਕਿ ਉੱਥੇ ਨਾਮਦੇਵ ਜੀ ਬਾਹਰ ਬੈਠੇ ਹੋਏ ਸੀ, ਉਹਨਾਂ ਨੂੰ ਮੰਦਿਰ ਦੇ ਵਿੱਚ ਐਂਟਰੀ ਕਰਨ ਨਹੀਂ ਦਿੱਤੀ ਔਰ ਮੰਦਿਰ ਘੁੰਮ ਗਿਆ। ਕਿਸ ਤਰ੍ਹਾਂ ਘੁੰਮਿਆ? ਵਾਰਤਾਲਾਪ ਕੀਤੀ ਹੋਏਗੀ, ਹੈ ਨਾ। ਇਹੋ ਜਿਹੀ ਬਹੁਤ ਸਾਰੀਆਂ ਪੂਰੀ ਉਹਦੇ ਵਿੱਚ ਸਾਡੀ ਗੁਰਬਾਣੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬਹੁਤ ਆਈ ਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਗੱਲਾਂ ਕੀਤੀਆਂ ਹੋਈਆਂ ਨੇ। ਜਿੱਥੇ ਇੱਕ ਕੀ ਕਹਿੰਦੇ ਨੇ, ਜਿਹੜਾ ਹੁਣ ਅਸੀਂ ਇਹ ਦੇਖਦੇ ਹਾਂ ਆਪਣੀ ਦੁਖਪੰਜਨੀ ਸਾਹਿਬ ਕੀ ਸੀਗਾ, ਅਸੀਂ ਸਟੋਰੀ ਸੁਣਦੇ ਹਾਂ ਦੁਖਪੰਜਨੀ ਸਾਹਿਬ ਦੇ ਵਿੱਚ। ਉਹ ਬੈਠਾ ਹੋਇਆ ਔਰ ਉੱਥੇ ਦੇਖ ਰਿਹਾ ਕਿ ਕਾਗੋ ਜਿਹੜੇ ਕਾਲੇ ਕौए ਜਾਂਦੇ ਨੇ ਔਰ ਹੰਸ ਬਣ ਕੇ ਆ ਜਾਂਦੇ ਨੇ। ਹੁਣ ਹੰਸ ਬਣ ਕੇ ਕौआ ਜਾ ਰਿਹਾ, ਹੰਸ ਨਹਾਉਂਦਾ, ਹੰਸ ਬਣ ਕੇ ਆ ਜਾਂਦਾ। ਲੇਕਿਨ ਉਹ ਜਿਹੜੀ ਉੱਥੋਂ ਦੀ ਰਾਜੇ ਦਾ ਬੇਟਾ ਜਿਹੜਾ ਕਿ ਕੋੜੀ ਹੋ ਚੁੱਕਾ ਸੀਗਾ, ਔਰ ਉਹ ਜਿਹਦੇ ਨਾਲ ਉਹਦੀ ਇੱਕ 7 ਕੁੜੀਆਂ ਸੀ, ਲੜਕੀ ਦਾ ਨਾਮ ਮੈਨੂੰ ਨਹੀਂ ਯਾਦ ਆ ਰਿਹਾ, ਜਿਹਦਾ ਉਹਦੇ ਨਾਲ ਸ਼ਾਦੀ ਕੀਤੀ। ਤੇ ਉੱਥੇ ਵੀ ਉਸ ਪਰਸਨ ਨੇ ਜਿਹੜਾ ਉੱਥੇ ਬੈਠ ਕੇ ਦੇਖ ਰਿਹਾ ਸੀ, ਐਕਚੁਅਲੀ ਕੀ ਹੋਏਗਾ, ਜੋ ਮੈਂ ਹੁਣ ਮੈਨੂੰ ਆਪਣੀ ਅੰਦਰ ਦੀ ਯਾਤਰਾ ਹੈ ਸਾਰੀ, ਤਾਂ ਸਮਝ ਕੇ ਆਈ ਹੋਗਾ ਕਿ ਉਹਦੇ ਅੰਦਰ ਇਹ ਭਾਵ ਉਤਰਿਆ ਹੋਏਗਾ ਕਿ ਇਹ ਪਰਮਾਤਮਾ, ਤੇਰੇ ਕੋਲ ਆ ਕੇ ਤਾਂ ਕੋੜੀ ਵੀ ਹਰੇ ਭਰੇ ਹੋ ਜਾਂਦੇ ਨੇ, ਤੂੰ ਇੰਨਾ ਕਿਉਂਕਿ ਦਰਬਾਰ ਸਾਹਿਬ ਹੀ ਸੀਗਾ ਉਦੋਂ ਵੀ, ਰਾਮਸਰ ਸੀਗਾ ਉਸ ਟਾਈਮ ਦੇ ਉੱਤੇ, ਤੇ ਉਹ ਜਗ੍ਹਾ ਸੀਗੀ ਉਸ ਜਗ੍ਹਾ ਦੇ ਉੱਤੇ। ਤੇ ਉੱਥੇ ਉਹਨਾਂ ਨੇ ਜਦੋਂ ਇਸ਼ਨਾਨ ਕੀਤਾ ਆ ਕੇ, ਉਹਦੀ ਵਾਈਬ੍ਰੇਸ਼ਨਸ ਗਈਆਂ, ਇਹ ਉਹਦੀ ਗੱਲਬਾਤ ਗਈਆਂ, ਉਹਦੀ ਵਾਈਬ੍ਰੇਸ਼ਨਸ ਗਈ, ਥਾਟ ਪ੍ਰੋਸੈਸ ਦੇ ਵਿੱਚ ਉਹਨੇ ਚੀਜ਼ਾਂ ਨੂੰ ਹੁੰਦੇ ਹੋਏ ਦੇਖਿਆ। ਜਦੋਂ ਉਹਨੇ ਵੀ ਉਸ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਤੇ ਉਹ ਵੀ ਚਲਾ ਗਿਆ। ਅੱਜ ਵੀ ਉੱਥੇ ਲੋਕੀ ਇਸ਼ਨਾਨ ਕਰ ਰਹੇ ਨੇ, ਉਹਨਾਂ ਆਪਣੀ ਹਰ ਚੀਜ਼ਾਂ, ਹਰ ਬਿਮਾਰੀ ਦੂਰ ਹੋ ਰਹੀ ਹੈ। ਤਾਂ ਚੱਲ ਕੀ ਰਿਹਾ? ਗੱਲਬਾਤ ਚੱਲ ਰਹੀ ਹੈ। ਤਾਂ ਹੀ ਤਾਂ ਕਹਿੰਦੇ ਜਾਂਕੀ ਰਹੀ ਭਾਵਨਾ ਜੈਸੀ, ਪ੍ਰਭ ਮੂਰਤ ਦੇਖੀ ਤਿਨ ਤੈਸੀ। ਕਿੱਥੋਂ ਮੂਰਤ ਦੇਖ ਲਈ? ਕਿਉਂਕਿ ਜਿਹੋ ਜਿਹੇ ਸਾਡੇ ਭਾਵ ਹੋਣਗੇ, ਜਿਹੋ ਜਿਹੇ ਅਸੀਂ ਗੱਲਬਾਤ ਕਰ ਸਕਾਂਗੇ, ਉਹੋ ਜਿਹੀ ਚੀਜ਼ ਸਾਨੂੰ ਪ੍ਰਗਟ ਹੋ ਕੇ ਆ ਜਾਏਗੀ। ਭਾਈ ਭਗਤ ਧੰਨਾ ਜੀ, ਅਸੀਂ ਉਹ ਵੀ ਦੇਖਿਆ, ਭਗਤ ਧੰਨੇ ਨੂੰ ਕਿਸ ਤਰ੍ਹਾਂ ਕਿਸੇ ਨੇ ਪੱਥਰ ਪਕੜਾ ਦਿੱਤਾ। ਸਾਲੀਗ੍ਰਾਮ ਉਹ ਕਹਿੰਦੇ ਸੀ ਮੈਨੂੰ ਦੇ ਤੇ ਮੇਰੇ ਖੇਤਾਂ ਦਾ ਕੰਮ ਕਰੇਗਾ, ਕਿਉਂਕਿ ਜੋ ਵੀ ਸੀ, ਲੇਕਿਨ ਉਹਨੂੰ ਪੰਡਤ ਜੀ ਨੇ ਪੱਥਰ ਪਕੜਾ ਦਿੱਤਾ। ਨਿਮਾਣੇ ਕੋਈ ਬਾਤ ਨਹੀਂ, ਉਹਨਾਂ ਨੇ ਪੱਥਰ ਦੇ ਨਾਲ ਹੀ ਗੱਲਬਾਤ ਸ਼ੁਰੂ ਕੀਤੀ ਔਰ ਪੱਥਰ ਨੇ ਵੀ ਸਾਰੇ ਕੰਮ ਸ਼ੁਰੂ ਕਰ ਦਿੱਤੇ। ਦੁੱਧ ਪਿਲਾਇਆ ਗਿਆ। ਅਸੀਂ ਸਾਰੀਆਂ ਸਾਖੀਆਂ ਸਾਡੇ ਗੁਰਬਾਣੀ ਦੇ ਵਿੱਚ ਆਉਂਦੀਆਂ ਨੇ, ਤੇ ਇਨਫੈਕਟ ਹੋ ਕੇ ਰਿਹਾ ਉੱਥੇ ਗੱਲਬਾਤ ਚੱਲ ਰਹੀ ਹੈ, ਕਮਿਊਨੀਕੇਸ਼ਨ ਉੱਥੇ ਚੱਲ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ। ਜਿਹੜੀਆਂ ਨॉन ਲਿਵਿੰਗ ਥਿੰਗਸ ਨੇ, ਉਹਨਾਂ ਦੇ ਅੰਦਰ ਵੀ ਪੂਜਾ, ਗੋविंद भाव भगत का भूखा। ਹੁਣ ਅਸੀਂ ਦੇਖਣਾ, ਅਗਰ ਭਗਤ ਭਾਈ ਧੰਨਾ ਪੱਥਰ ਦੇ ਵਿੱਚੋਂ ਰੱਬ ਬਣਾ ਸਕਦਾ ਹੈ, ਅਹਿਲਿਆ ਪ੍ਰਗਟ ਹੋ ਸਕਦੀ ਹੈ ਪੱਥਰ ਦੇ ਵਿੱਚੋਂ, ਦੁੱਧ ਦੀ ਪਿਲਾ ਸਕਦੇ ਨੇ। ਨਾਮਦੇਵ ਜੀ ਕੁੱਤੇ ਦੇ ਪਿੱਛੇ ਪਿੱਛੇ ਰਹਿ ਕੇ ਚਲੇ ਗਏ ਕਿ ਵੀ ਤੇਰੀ ਗਲਾ ਹੈ ਸੁੱਕ ਜਾਏਗਾ, ਇਹ ਰੋਟੀਆਂ ਦੇ ਨਾਲ ਘਿਓ ਵੀ ਪਕੜ ਲੈ। ਘਿਓ ਦੀ ਕਟੋਰੀ ਲੈ ਲੈ ਕੇ ਜਾ ਰਹੇ ਨੇ, ਲੋਕੀ ਹੱਸ ਰਹੇ ਨੇ, ਉਹਦਾ ਮਜ਼ਾਕ ਉਡਾ ਰਹੇ ਨੇ, ਲੇਕਿਨ ਉਹ ਕਹਿ ਰਹੇ ਨੇ ਨਹੀਂ, ਮੇਰਾ ਕਲਗੀਆਂ ਮੇਰਾ ਵਿਠਲ ਸੁੱਕੀ ਰੋਟੀ ਲੈ ਕੇ ਚਲਾ ਗਿਆ। ਕਿਉਂਕਿ ਉਹਨਾਂ ਨੂੰ ਹਰ ਚੀਜ਼ ਦੇ ਵਿੱਚ ਉਹੀ ਦਿਖਾਈ ਦੇ ਰਿਹਾ, ਉਹਨਾਂ ਨੂੰ ਕੁੱਤਾ ਦਿਖਾਈ ਨਹੀਂ ਸੀ ਦੇ ਰਿਹਾ। ਮਰੀ ਹੋਈ ਗਾਂ ਜਿੰਦ, ਕਿਤਨੇ ਐਗਜ਼ਾਮਪਲ ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਐਗਜ਼ਾਮਪਲ ਪੜ੍ਹੇ, ਹਰ ਜਗ੍ਹਾ ਤੇ ਐਗਜ਼ਾਮਪਲ ਹੈ ਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਵੀ ਗੱਲਬਾਤ ਕੀਤੀ, ਸਾਹਮਣੇ ਉਸੇ ਤਰੀਕੇ ਦੀਆਂ ਚੀਜ਼ਾਂ, ਵਾਰਤਾਲਾਪ ਉਹਨਾਂ ਦੇ ਨਾਲ ਹੋ ਗਿਆ। ਹੁਣ ਅਗਰ ਉਹਨੂੰ ਹਾਥੀ ਨੂੰ ਭੇਜਿਆ ਹੈਗਾ ਕਿ ਤੂੰ ਇਹਨੂੰ ਕੁਚਲ ਦੇ, ਲੇਕਿਨ ਹਾਥੀ ਆ ਕੇ ਨਾਮਦੇਵ ਨੂੰ ਕੁਚਲਦਾ ਨਹੀਂ ਹੈ, ਉਹ ਉਹਨਾਂ ਨੂੰ ਸੁਣ ਕੇ ਚਲਾ ਜਾਂਦਾ, ਤਾਂ ਹੋ ਕੀ ਰਿਹਾ? ਇਨਡਾਇਰੈਕਟ ਕਮਿਊਨੀਕੇਸ਼ਨ ਚੱਲ ਰਹੀ, ਵਾਰਤਾਲਾਪ ਚੱਲ ਰਹੀ ਹੈ। ਇੱਕ ਅਸੀਂ ਮਤਲਬ ਇਹਦੇ ਤੋਂ ਗੱਲ ਕਰਨ ਦਾ ਮਤਲਬ ਹੈ ਹੀ ਨਹੀਂ, ਕਿਉਂਕਿ ਗੁਰਬਾਣੀ ਦੇ ਵਿੱਚ ਬਾਹਰ ਅਸੀਂ ਡੇਲੀ ਇਹ ਸਾਰੀਆਂ ਗੱਲਾਂ ਸੁਣਦੇ ਹਾਂ, ਲੇਕਿਨ ਇਹ ਸਿਰਫ ਗੱਲਾਂ ਹੀ ਨਹੀਂ ਨੇ, ਪ੍ਰੈਕਟੀਕਲ ਹੈ। ਇਹ ਨਹੀਂ ਅਸੀਂ ਸੋਚੀਏ ਕਿ ਨਾਮਦੇਵ ਜੀ ਸੀਗੇ ਤੇ ਉਹ ਕਰ ਪਾਏ, ਜਾਂ ਭਾਈ ਧੰਨਾ ਸੀਗੇ, ਭਗਤ ਧੰਨਾ ਜੀ ਸੀਗੇ ਉਹੀ ਕਰ ਪਾਏ। ਇਹ ਕੁਆਲਿਟੀ ਸਾਡੇ ਅੰਦਰ ਹੈ, ਅਸੀਂ ਇਸ ਕੁਆਲਿਟੀ ਨੂੰ ਆਪਣੇ ਅੰਦਰ ਜਾਗਰਤ ਕਰ ਸਕਦੇ ਹਾਂ।
शुरुआत असी पौधियां तो करांगे, फिर इन्हां चीज़ां नूं धीरे धीरे वधांदे जावांगे मच्छरां मक्खियां तक। क्योंकि मैं जदों सोचदी हुंदी सी, जदों मैं मैडिटेशन और गार्डन च जाके करनी शुरू की तो मच्छर बहुत कटदे हुंदे सी, और मच्छर करके एक्सरसाइज करन लग्गियां भी बड़ी दिक्कत आ जांदी सी। ते मैं उदों बैठ के सोचदी सी, मैं कहा गुरु नानक देव जी तुसीं तो जंगलां दे विच जांदे सी, उत्थों तां कोई तो कोई नहीं हो सकता कि उदों मच्छर ना हुंदे होणगे, और तुहाडे तां मैं किते नहीं सुनिया भी मच्छर लड़ गया या तुहानूं कोई तकलीफ हो गई या तुहाडे कोल कोई मच्छरदानी सीगी। तुसीं तां ओही 2 कपड़े तुहाडे हुंदे सी, ओही राती थल्ले बिछा लैंदे सी, ओही सवेरे उपर पा के यात्रा करदे रहे। पैरां च भी कुछ नहीं सी, खड़ावां जिहियां हुंदियां सी। तो असीं कहने ना मच्छर पैरां नूं ज्यादा कटदे ने। तुसीं किहड़ा तरीका यूज करदे सी कि मच्छर तुहानूं मैडिटेट करन लग्गिया तंग नहीं सी करदे, मच्छर तुहानूं मैडिटेट करन लग्गिया तंग नहीं सी करदे। फिर धीरे 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 मच्छरां नाल गलबात करनी शुरू की। वो तो अचनचेत ही, लेकिन हुण पिछले साल 1.5 साल तो जिहड़ा हुण अपना होमवर्क चल रहा है वो चींटियां दे नाल चल रहा है, मच्छरां दे नाल चल रहा है। कि मैडिटेशन करन लग्गिया जदों असीं बैठदे हां तो मच्छर कटदे ने, और मेरी फैमिली च सारे जने हसदे ने भी तैनूं मच्छर क्यों नहीं कटदे। क्योंकि अगर मच्छर आके कटदा भी है तो उहदे नाल गलबात करनी शुरू कर देदी। हाँ, यह गल जरूर है कि मैं सिर्फ लव एनर्जी भेजदी सी, और लेकिन हुण ਇਹ ਜਿਹੜੀਆਂ बाकी ਦੀਆਂ क्वालिटीज भी ने, ਇਹ क्वालिटीज भी असीं डेवलप करनियां ने। शिफ्टिंग वाला पार्ट की है कि लव एनर्जी तो भेजनी है, बाकी दे गुणां नूं भी सामने वाले दे अंदर, चाहे वो चींटी है छोटी तो छोटी, उसके अंदर भी वो सारियां क्वालिटीज ने। नॉन जजमेंटल, विनम्रता, प्यार, सबर, संतोख, अबंडेंस, हर चीज, हर समझ, हर चीज जिस तरह असीं उन्हां नूं भेजे जावांगे, वो चींटियां वो चीज़ां भी साडे नाल गलबात करनी शुरू करनगियां, गलबात करनियां शुरू करनगियां। ते फिर असीं अपने आप नूं परमात्मा दा एक जिहड़ा अलग आयाम है, वंडरफुल क्रिएशन जिहनूं कहंदे ना कि अलग आश्चर्यजनक आयाम, उसनूं असीं खोल पावांगे, और हर चीज़ दे नाल साडी फ्रेंडशिप हो जाएगी। असीं देखदे हां जंगल दे विच स्वामी राम जी दी मैं एक पढ़दी सीगी कि सारे जने कहंदे सीगे कि तुसीं इस जगह दे उत्ते जाके मैडिटेट नहीं करो, क्योंकि मगरमच्छ ने, और मगरमच्छ तो सब लोग जानते हैं कि वो निगल लेंदे ने आदमी नूं। लेकिन कहंदे ने स्वामी राम जी हर जगह दे उत्ते डिस्टर्बेंस सीगी, तो उन्होंने वही एरिया चुनिया जिथे मगरमच्छ बहुत ज्यादा रहिंदे सी। और जदों मगरमच्छ उत्थे रहिंदे सीगे, और उत्थे जदों कहंदे ने कि उत्थे मैडिटेट करन चले गए, ते बाहर आके उन्होंने की देखा, जिहड़े लोकी आए सी कितने सारे मगरमच्छ विच स्वामी राम जी बैठे ने, आसे पासे पूरे पूरे मगरमच्छ ने, और शांति दे नाल बैठे हुए ने। क्यों? मैडिटेशन नाल उन्हां नूं भी ठंडक मिल रही सी, उन्हां दी शांति दी, उन्हां दी जिहड़ी गलबात चल रही होएगी। क्योंकि उदों मैनूं ये चीज समझ नहीं सी आ रही कि स्वामी राम जी ने की कीता होएगा उन्हां मगरमच्छां दे कोल जाके। लेकिन अज इस चैप्टर तो पढ़न तो बाद तुरंत आ गया कि नहीं, उन्होंने प्यार दी एनर्जी तो भेजी होएगी, नाल बाकी दी क्वालिटीज भी उन्हां दे अंदर देखियां होणगियां, ताही वो उन्हां दे नाल बैठ के मैडिटेट कर रहे सी। शेर दी असीं गल्लां सुनियां ने कि शेर जांदे ने, ਉਹ संत जी और असीं कथावां दे विच सुनदे होवांगे जदों असीं अपनी रहन सबाइयां कथा कीर्तन दे उत्ते कीर्तन दरबारां दे विच जाने आ, ते सुनना होएगा कि शेर आ जांदा, और शेर जिहड़ा है उन्होंने उन्हां दी अखां दे विच देखिया, और शेर दुम दबा के चुप करके बैठ गया। तो यह चीज़ां पॉसिबल नहीं। मेरा थोड़ा टाइम ज्यादा हो गया, मैं ज्यादा इमोशनल हो गई। तो आई होप टॉपिक बिल्कुल क्लीयर है। तो असीं हुण ध्यान दी तरफ जाने आ, और करना की है कि अपनी इस वार्तालाप करन दी जिहड़ी साडी गलबात करन दी जिहड़ी साडी शक्ति है, जिहड़ी साडे अंदर पावर है, इतनी पावर है कि असीं अपनी इस जागृति दे नाल जिहड़े साडे दूसरे जीव ने, जिहड़े खुद खुल नहीं पा रहे, खिल नहीं पा रहे, साडी इस एनर्जी देण दे नाल उन्हां दे अंदरों भी जागृति आ जाएगी, उन्हां दे अंदर दी डिविनिटी, उन्हां दे अंदर दी भी चेतना, उन्हां दी कॉन्शियसनेस भी होर मिल जाएगी, होर खुल के समझ जाएगी। अगर पत्थर दे विचों भगवान प्रगट हो सकदा है, ते बाकी दीयां चीज़ां दे अंदरों भी ईश्वर दे बाकी दे गुण प्रगट करन दे विच असीं सृष्टि नूं अपना सहयोग दईए। और इन्हां शब्दां दे नाल असीं जाने अपनी यात्रा, जिहड़ी साडी यात्रा है ध्यान दी, वो असीं अपनी ध्यान दी यात्रा शुरू करदे हां। ध्यान दी यात्रा शुरू करनी है जिस तरह कि असीं सारे जानदे हां। असीं अखां नूं बंद करांगे, सुख आसन दे विच बैठ जावांगे, हत्थां नूं ਉਂਗਲੀਆਂ ਦੇ ਵਿੱਚ ਫਸਾ ਲਾਂਗੇ, ਧਿਆਨ ਸਵਾਸ ਦੇ ਉੱਤੇ ਰੱਖਾਂਗੇ, ਪਾਣੀ ਅਸੀਂ ਜ਼ਰੂਰ ਪੀਵਾਂਗੇ ਤਾਂ ਕਿ एनर्जी जिहड़ी है ऑलरेडी वो बैलेंस हो जाए।
मन बिल्कुल शांत है और इस रिलैक्स अवस्था दे विच ईश्वर दे प्रेम नू महसूस करते हुए फरीदा खालक खलक में खलक वसे रब माहे मंदा किसनू आखिए जा सब में वसे खुदाए। उस खुदा नू उस ईश्वर नू सिर्फ प्यार ही नहीं उस दियां बाकी क्वालिटीज दे नाल भी फील करिए। हर एक दे अंदर जो कुछ भी सानू दिखाई दे रहा है या नहीं दिखाई दे रहा है, लिविंग नॉन लिविंग, हर चीज दे विच हर जगह दे विच उस खालीपन दे विच उस शून्यता दे विच उस ईश्वर नू देखिए, उसके गुणा नू देखिए, फील करिए, तालमेल बिठाइए। ध्यान श्वास पे, ब्रीद इन, ब्रीद आउट, ब्रीद इन, ब्रीद आउट। सांस आ रही है, सांस जा रही है। ना कोई सोच, ना कोई विचार, just observe your breath, be the observer, सिर्फ देखने वाले बनिए। अगर ध्यान डिस्टर्बेंस से जा रहा है तो इस डिस्टर्बेंस के अंदर भी ईश्वर दी क्वालिटीज नु देखिए। यस, ईश्वर दा गुण है शांति, ईश्वर दा गुण है प्रेम, तो मेरे अंदर दा प्रेम भी इस ध्यान श्वास से। सूखे हरे किए खिन माहे अमृत दृष्टि संच जेवाएं। सूखे हरे हो गए किहदे नाल? अमृत दृष्टि दे नाल, प्रेम भरी दृष्टि दे नाल, प्रेम भरे वार्तालाप दे नाल। Feel the love.
ਇਹ ਜਗਵਾੜੀ मेरा प्रभ माली सदा संभाले को नहीं खाली। बॉडी रिलैक्स, जोड़ी भी मन शांत, बॉडी रिलैक्स, ध्यान आंधी जांदी स्वास्थ्य। नेत्र प्रकाश किया गुरुदेव, परम गए पूरन पई सेव। पुहप मदे ज्यों बास बसत है, मुक्कर माही जैसे छाई, तैसे ही हर बसे निरंतर, कट ही खोजो पाई।
मौली धरती मौलिया आकाश, नानक मौलिया आत्म परगास। मन रे क्यों छोटी बिन प्यार, सहु नेड़े तन कमलिए, बाहर क्या टूंडे ही, पै किया देह से लाइया नैनी, भाव का कर सिंगारो।
विश संसार तुम देख दे, ये हरि का रूप है, हर रूप नदरी आया। Last 1 minute, masters. रिलैक्स, मन शांत, जाके प्रेम पदार्थ पाइए, तव चरणी चित लाइए। साच कहो सुन ले हो सब है, जिन प्रेम कियो तिन ही प्रभ पायो। ऐसे प्रेम की अवस्था ਨੂੰ फील करते हुए ध्यान ਨੂੰ समेटिए, हाथ और पैरों ਨੂੰ थोड़ा थोड़ा हिलाइए, मन शांत। दोनों हत्थां ਨੂੰ ਅੱਖਾਂ ਦੇ ਉੱਪਰ ਰੱਖਾਂਗੇ। उस प्यार की एनर्जी ਨੂੰ, उस प्रेम ਨੂੰ, ईश्वर के प्रेम ਨੂੰ महसूस करते हुए 5 4 3 2 1 एंड 0 शून्य। मुस्कुराते हुए, धन्यवाद करते हुए हथेलियां दे विच धीरे धीरे अपनी अखां नूं खोलांगे और ध्यान तो बाहर आने का प्रयास करांगे, अपना टाइम लेंदे हुए। थैंक यू मास्टर्स, सेवा का मौका दिता, तुहाडे सारिਆਂ ਦਾ बहुत 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 धन्यवाद। उस अकाल पुरख का बहुत बहुत धन्यवाद, सेवा का मौका दिता। थैंक यू, थैंक यू, थैंक यू फॉर बीइंग इन माय लाइफ। थैंक यू मास्टर्स। Thank you, ma'am. Thank you so much.